ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰਈ ਵਖਿਆਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤੇਹਾ ਹਉ ਕਰਈ ਵਖਿਆਨ। ਧੰਨ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ, ਤਿਨਾਂ ਦੇ ਪਾਵਨ ਪਵਿੱਤਰ ਬਖਸ਼ਿਸ਼ ਭਰੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਹਜ਼ੂਰ, ਜੋ ਲੰਬੇ ਅਰਸੇ ਤੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਸ਼ਬਦ ਵਿਚਾਰ ਆਪ ਜੀ ਸਰਵਣ ਕਰਦੇ ਆ ਰਹੇ ਹੋ, ਚੱਲ ਰਹੀ ਲੜੀ ਅਨੁਸਾਰ ਸ਼ਲੋਕ ਵਾਰਾਂ ਤੇ ਵਧੀਕ ਸਰਲੇਖ ਹੇਠ ਅੰਦਰ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਦੋ ਸ਼ਲੋਕ, ਜਿਨ੍ਹਾਂ ਦਾ ਮੂਲ ਪਾਠ ਆਪ ਜੀ ਨੇ ਬੜੇ ਹੀ ਪਿਆਰ ਨਾਲ ਭਾਈ ਪਰਮਜੀਤ ਸਿੰਘ ਜੀ ਤਿਨਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਆਓ ਇਹਨਾਂ ਪਾਵਨ ਸ਼ਲੋਕਾਂ ਦੀ ਵਿਚਾਰ ਪ੍ਰਾਰੰਭ ਕਰੀਏ। ਨਚੀਜ ਦਾਸਰੇ ਨੂੰ ਅਸੀਸ ਬਖਸ਼ਿਸ਼ ਕਰਦਿਆਂ ਗੁਰ ਫਤਿਹ ਪ੍ਰਵਾਨ ਕਰੋ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਪਾਵਨ ਸ਼ਲੋਕਾਂ ਰਾਹੀਂ ਲੜੀ ਨੂੰ ਅੱਗੇ ਤੋਰਦਿਆਂ ਬਖਸ਼ਿਸ਼ ਕੀਤੀ, ਸਮਝਾਉਣ ਦਾ ਯਤਨ ਕੀਤਾ ਕਿ ਮੈਂ ਇਸ ਸੰਸਾਰ ਦੇ ਅੰਦਰ ਕਿੰਨਾ ਵੀ ਵੱਡਾ ਪੰਡਤ ਭਾਵ ਵਿਦਵਾਨ ਬਣ ਜਾਵਾਂ, ਜੋਤਕੀ ਤੋਂ ਭਾਵ ਹੈ ਜੋਤਿਸ਼ ਵਿਦਿਆ ਨੂੰ ਜਾਣਨ ਵਾਲਾ ਬਣ ਜਾਵਾਂ, ਮੈਨੂੰ ਇਸ ਗੱਲ ਦਾ, ਕਿਉਂਕਿ ਜੋ ਜੋਤਿਸ਼ ਵਿਦਿਆ ਦੇ ਦੋ ਭਾਗ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ ਹੈ, ਇੱਕ ਗਣਿਤ ਹੈ, ਦੂਜਾ ਫਲਕ ਹੈ। ਇੱਕ ਗਿਣਤੀ ਦੇ ਵਿੱਚ ਹੈ ਵੀ ਇਸ ਤਰੀਕੇ ਦੇ ਨਾਲ ਉਹ ਭਾਵੇਂ ਸੂਰਯ ਚੰਦਰਮਾ ਨਛੱਤਰਾਂ ਦੀ ਗਿਣਤੀ ਮੁਤਾਬਕ ਕੀਤਾ ਜਾਂਦਾ ਹੈ। ਦੂਸਰਾ ਇਹ ਹੈ ਵੀ ਇਸ ਸੰਸਾਰ ਦੇ ਅੰਦਰ ਜੀਵਨ ਬਸਰ ਕਰਦੇ ਹਾਂ, ਮੇਰੇ ਜੀਵਨ ਦੇ ਅੰਦਰ ਸੁੱਖ ਜਾਂ ਦੁੱਖ ਕਿਸ ਕਿਸ ਵਕਤ ਕਿਹੜੇ ਕਿਹੜੇ ਸਮੇਂ ਜਾਂ ਦੁੱਖ ਆ ਸਕਦੇ ਹੈ, ਉਹਨਾਂ ਦੀ ਨਿਵਰਤੀ ਵਾਸਤੇ, ਉਹਨਾਂ ਦੇ ਖਾਤਮੇ ਵਾਸਤੇ ਮੈਂ ਕੀ ਮੁੱਖ ਉਪਾਅ ਕਰ ਸਕਦਾ ਜਿਨ੍ਹਾਂ ਨਾਲ ਮੇਰੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਦਾ ਖਾਤਮਾ ਹੋ ਜਾਏ।
ਵੈਸੇ ਗੁਰਮਤਿ ਨੇ ਇਹਨਾਂ ਨੂੰ ਖੰਡਨ ਕੀਤਾ ਹੈ, ਇਹਨਾਂ ਤੋਂ ਵੱਖ ਕੀਤਾ ਹੈ, ਔਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ, ਉਸ ਦੀ ਬੰਦਗੀ, ਉਹਦੀ ਇਬਾਦਤ ਕਰਦਿਆਂ ਆਪਣਾ ਜੀਵਨ ਜਿਹੜਾ ਉਹ ਬਸਰ ਕਰਨਾ ਹੈ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਭਾਵੇਂ ਮੈਂ ਪੰਡਤ ਬੜਾ ਵੱਡਾ ਵਿਦਵਾਨ ਬਣ ਜਾਵਾਂ, ਬੜੇ ਵੇਦਾਂ, ਗ੍ਰੰਥਾਂ, ਧਾਰਮਿਕ ਪੁਸਤਕਾਂ ਇਤਿਆਦਿਕ ਉਹਨਾਂ ਦਾ ਅਧਿਐਨ ਕਰਨ ਵਾਲਾ ਬਣ ਜਾਵਾਂ, ਜੋਤਿਸ਼ ਵਿਦਿਆ ਦੇ ਵਿੱਚ ਮੈਂ ਨਿਪੁੰਨ ਹੋ ਜਾਵਾਂ, ਚਾਰੇ ਵੇਦ ਨੇ ਜਿਹੜੇ, ਉਹਨਾਂ ਵੇਦਾਂ ਦਾ ਮੈਂ ਆਪਣੇ ਮੁਖ ਤੋਂ ਪਾਠ ਕਰਦਾ ਹਾਂ, ਭਾਵ ਇੰਨੀ ਮਿਹਨਤ, ਇੰਨਾ ਉਦਮ ਕਰਨ ਤੋਂ ਬਾਅਦ ਵੀ ਸਤਿਗੁਰੂ ਕਹਿੰਦੇ ਵੀ ਮੈਂ ਇਸ ਸੰਸਾਰ ਦੇ ਅੰਦਰ, ਜਗਤ ਦੇ ਵਿੱਚ ਜਾਣਿਆ ਜਾਵਾਂਗਾ ਤੇ ਆਪਣੇ ਚੱਜ ਵਿਚਾਰ ਕਰਕੇ ਜੋ ਮੇਰੇ ਕਰਮ ਨੇ, ਜੋ ਇਸ ਸੰਸਾਰ ਦੇ ਅੰਦਰ, ਜਗਤ ਦੇ ਅੰਦਰ ਮੈਂ ਕਰ ਰਿਹਾ ਹਾਂ, ਮੈਂ ਆਪਣੇ ਕਰਮਾਂ ਦੇ ਨਾਲ ਸੰਸਾਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਾਂਗਾ। ਜ਼ਰੂਰੀ ਨਹੀਂ ਵੀ ਜਿਹੜਾ ਬਹੁਤ ਵੱਡਾ ਵਿਦਵਾਨ ਬਣ ਜਾਏ, ਬਹੁਤ ਜ਼ਿਆਦਾ ਉਹਨੇ ਧਾਰਮਿਕ ਪੁਸਤਕਾਂ, ਵੇਦਾਂ, ਕਿਤਾਬਾਂ ਦਾ ਅਧਿਐਨ ਕੀਤਾ ਹੋਵੇ, ਹਰ ਤਰ੍ਹਾਂ ਦੀ ਉਹਨੂੰ ਵਿਦਿਆ ਆਉਂਦੀ ਹੋਵੇ। ਸਤਿਗੁਰੂ ਕਹਿੰਦੇ ਠੀਕ ਹੈ, ਜੇ ਤੇ ਇਹ ਪਰਮਾਤਮਾ ਦੀ ਭਾਵ ਭਾਵਨਾ ਦੇ ਵਿੱਚ ਰਹਿ ਕੇ ਗਿਆਨ ਨੂੰ ਹਾਸਲ ਕੀਤਾ ਹੈ, ਵਿਦਿਆ ਨੂੰ ਪ੍ਰਾਪਤ ਕੀਤਾ ਹੈ, ਤੇ ਮਹਾਰਾਜ ਕਹਿੰਦੇ ਵੀ ਇਹ ਵਿਦਿਆ ਮੁਬਾਰਕ ਹੈ। ਪਰ ਬਹੁਤਾਤ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ ਔਰ ਵੇਖਦੇ ਵੀ ਹਾਂ, ਜਿਨ੍ਹਾਂ ਕੋਲ ਵਿਦਿਆ ਹੈ, ਬੜੇ ਗ੍ਰੰਥਾਂ ਦਾ ਅਧਿਐਨ ਕਰ ਲਿਆ, ਬੜੀਆਂ ਧਾਰਮਿਕ ਪੁਸਤਕਾਂ ਪੜ੍ਹ ਲਈਆਂ, ਬਹੁਤ ਕੁਝ ਉਹਨਾਂ ਯਾਦ ਕਰ ਲਿਆ, ਪ੍ਰਾਪਤ ਕਰ ਲਿਆ, ਪਰ ਬਹੁਤਾਤ ਇਹ ਵਿਦਿਆ ਅਹੰਕਾਰ ਦਾ, ਹਉਮੈ ਦਾ ਕਾਰਨ ਵੀ ਬਣ ਜਾਂਦੀ ਹੈ। ਬੰਦਾ ਆਖਦਾ ਵੀ ਮੇਰੇ ਵਰਗਾ ਤੇ ਸਮਾਜ ਵਿੱਚ, ਸੰਸਾਰ ਵਿੱਚ ਹੈ ਹੀ ਕੋਈ ਨਹੀਂ, ਜਿਹੋ ਜੀ ਗੱਲ ਮੈਂ ਕਰ ਸਕਦਾ ਹੈ, ਜਿਹੋ ਜੀ ਵਿਦਿਆ, ਜਿਹੋ ਜਿਹੀ ਭਾਸ਼ਾ ਦੇ ਅੰਦਰ ਕੋਈ ਗ੍ਰੰਥ ਹੋਵੇ, ਮੈਂ ਪਾਣੀ ਵਾਂਗ ਪੜ੍ਹਨਾ ਜਾਣਦਾ ਹੈ, ਕੋਈ ਵੀ ਆ ਕੇ ਮੇਰੇ ਨਾਲ ਵਿਚਾਰ ਕਰ ਲੈ, ਮੈਂ ਉਹਦੀ ਵਿਚਾਰ ਦਾ ਉੱਤਰ ਉਹਦੇ ਮੁਤਾਬਕ ਦੇਣ ਦੀ ਕਾਬਲੀਅਤ ਰੱਖਦਾ ਹੈ। ਮਹਾਰਾਜ ਕਹਿੰਦੇ ਵੀ ਇਹ ਗਿਆਨ ਜਿਹੜਾ, ਜੇ ਤੇ ਸਤਿਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿੰਦਾ ਨਾ, ਕਿਉਂਕਿ ਜੇ ਗੁਰੂ ਮੱਤ ਦਵੇ, ਗੁਰੂ ਬੋਧ ਦਵੇ, ਗੁਰੂ ਸੋਝੀ ਬਖਸ਼ੇ, ਤਾਂ ਹੀ ਇਹ ਗਿਆਨ ਜਿਹੜਾ ਕਿਸੇ ਦਾ ਭਲਾ ਕਰ ਸਕਦਾ ਹੈ, ਆਪੇ ਨੂੰ ਵੀ ਸਵਾਰਿਆ ਜਾ ਸਕਦਾ ਹੈ, ਤੇ ਜਦੋਂ ਇਸ ਗਿਆਨ ਦੇ ਨਾਲ ਦੂਜਿਆਂ ਨੂੰ ਦੱਸਿਆ ਗਿਆ ਤੇ ਦੂਜੇ ਦਾ ਵੀ ਭਲਾ ਕੀਤਾ ਜਾ ਸਕਦਾ ਹੈ। ਨਹੀਂ ਤੇ ਇਸ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਮੁਤਾਬਕ ਮਹਾਰਾਜ ਕਹਿੰਦੇ ਵੀ ਕਿੰਨਾ ਵੀ ਗਿਆਨ ਪ੍ਰਾਪਤ ਕਰ ਲਵਾਂ, ਹੋਵਾਂ ਪੰਡਤ ਜੋਤ ਕੀ, ਜੇਕਰ ਮੈਂ ਪੰਡਤ ਵਿਦਵਾਨ, ਬਹੁਤ ਜ਼ਿਆਦਾ ਵਿਦਿਆ ਦਾ ਮਾਰਤੰਡ ਬਣ ਜਾਵਾਂ, ਜੋਤ ਕੀ ਜੋਤਿਸ਼ ਵਿਦਿਆ ਦੀ ਪ੍ਰਾਪਤੀ ਕਰ ਲਵਾਂ, ਵੇਦ ਪੜਾ ਮੁਖ ਚਾਰ, ਤੇ ਆਪਣੇ ਮੁਖ ਤੋਂ ਚਾਰ ਵੇਦ ਜਿਹੜੇ ਉਹ ਪੜ੍ਹਦਾ ਰਵਾਂ, ਭਾਵ ਇੰਨੀ ਮਿਹਨਤ, ਇੰਨਾ ਮੈਂ ਸਮਾਜ ਸੰਸਾਰ ਵਿੱਚ ਧਾਰਮਿਕ ਪੁਸਤਕਾਂ ਦਾ ਰਟਨ ਕਰ ਲਵਾਂ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਪਵਿੱਤਰ ਬਾਣੀ ਦੇ ਵਿੱਚੋਂ ਕਿਰਪਾ ਕੀਤੀ। ਮਹਾਰਾਜ ਕਹਿੰਦੇ ਵੀ ਇਹ ਜ਼ਰੂਰੀ ਨਹੀਂ ਵੀ ਜਿਹੜਾ ਬੰਦਾ ਵੇਦਾਂ ਦਾ ਅਧਿਐਨ ਕਰਨ ਵਾਲਾ ਹੈ, ਗ੍ਰੰਥਾਂ ਦਾ ਅਧਿਐਨ ਕਰਨ ਵਾਲਾ ਹੈ, ਉਹਨੂੰ ਹੀ ਰੱਬ ਪਰਮਾਤਮਾ ਛੇਤੀ ਮਿਲਦਾ ਹੈ, ਉਹੀ ਕਰਤੇ ਪੁਰਖ ਵਾਹਿਗੁਰੂ ਦੇ ਨਜ਼ਦੀਕ ਜਲਦੀ ਹੋ ਸਕਦਾ। ਸਾਹਿਬ ਕਹਿੰਦੇ ਇਹ ਨਹੀਂ, ਹਾਂ ਜਿਹੜਾ ਬੰਦਾ ਪਰਮਾਤਮਾ ਦੀ ਭਾਵ ਭਾਵਨੀ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ ਹੈ ਨਾ, ਸਤਿਗੁਰੂ ਦੀ ਪਾਵਨ ਬਾਣੀ ਦੇ ਬਚਨ ਪੜ੍ਹਦੇ ਹੋ ਨਾ, ਜੋ ਪ੍ਰਾਣੀ ਗੋਵਿੰਦ ਧਿਆਵੈ, ਪੜਿਆ ਅਣਪੜਿਆ ਪਰਮਗਤ ਪਾਵੈ। ਜਿਹੜਾ ਪ੍ਰਾਣੀ ਉਸ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਧਿਆਉਂਦਾ ਹੈ, ਸਾਹਿਬ ਕਹਿੰਦੇ ਇਹ ਜ਼ਰੂਰੀ ਨਹੀਂ ਵੀ ਉਹ ਕਿੰਨਾ ਪੜ੍ਹਿਆ ਹੈ ਜਾਂ ਉਹ ਅਣਪੜ੍ਹਿਆ ਹੈ, ਉਹ ਕਿੰਨੇ ਵੇਦਾਂ ਦਾ ਗਿਆਨ ਇਕੱਠਾ ਕਰਨ ਵਾਲਾ ਹੈ, ਜਾਂ ਉਹ ਕੇਵਲ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਅੱਲਾ ਖੁਦਾ ਦਾ ਨਾਮ ਹੀ ਕਹਿਣ ਵਾਲਾ। ਇਹ ਜ਼ਰੂਰੀ ਨਹੀਂ ਵੀ ਜਿੰਨੇ ਬੜੇ ਵੱਡੇ ਵੱਡੇ ਵੇਦਾਂ ਕਿਤਾਬਾਂ ਦਾ ਅਧਿਐਨ ਕੀਤਾ ਉਹੀ ਬੰਦਾ ਰੱਬ ਦੀ ਪ੍ਰਾਪਤੀ ਕਰ ਸਕਦਾ ਹੈ, ਉਹੀ ਪਰਮਾਤਮਾ ਦੇ ਨਜ਼ਦੀਕ ਹੋ ਸਕਦਾ ਹੈ। ਸਤਿਗੁਰੂ ਕਹਿੰਦੇ ਇੱਥੇ ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ, ਸਾਧੂ ਸੰਗ ਸਿਮਰ ਗੋਪਾਲ। ਜਿਹੜਾ ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਗੁਰੂ ਦਾ ਸੰਗ ਪ੍ਰਾਪਤ ਕਰਕੇ ਉਸ ਗੋਪਾਲ ਜਿਹੜਾ ਧਰਤੀ ਦਾ ਪਾਲਣਹਾਰ ਹੈ, ਸਾਰੇ ਸੰਸਾਰ ਦੀ ਰੱਖਿਆ ਕਰਨ ਵਾਲਾ ਹੈ, ਪੂਰੇ ਜਗਤ ਨੂੰ ਰਿਜ਼ਕ ਦੇਣ ਵਾਲਾ ਹੈ, ਉਹਦੀ ਆਰਾਧਨਾ ਉਹਦੀ ਇਬਾਦਤ ਕਰਦਾ ਹੈ, ਤੇ ਉਹ ਭਾਵੇਂ ਨਾ ਵੀ ਵੇਦਾਂ ਕਿਤਾਬਾਂ ਨੂੰ ਪੜ੍ਹਨ ਵਾਲਾ ਹੋਵੇ, ਪਰ ਰੱਬ ਦੇ ਘਰ ਵਿੱਚ ਉਹ ਪ੍ਰਵਾਨ ਹੋ ਜਾਂਦਾ ਹੈ।
परमात्मा दे दर ते ओदी इबादत, ओदी कीती हुई बंदगी वो कबूल हो जाती है। ते धन गुरु अमरदास महाराज ने इसे श्लोक परथाए एक बचन झोली विच पाया। महाराज कहते भी होवा पंडित जोत की, वेद पढ़ा मुख चार, नाव खंड मध्य पूजिया, अपने चज विचार। कहते भी 9 खंडां दे विच भाव पूरी धरती ते पूरे संसार दे विच मेरी पूजा होवे, इन्नी प्रसिद्धि मैनू प्राप्त हो जावे। पर महाराज ने जो अगली पंक्ति विच किरपा कीती, साहब कह लगे मत सच्चा अखर भुल जाए। साहब कहते भी किन्ना भी विद्वान बन जा, किन्ने भी तू धार्मिक ग्रंथां दा अध्ययन कर ला, किन्नियां धार्मिक पुस्तकां दा पाठ कर ला, किन्ना भी कुछ तू इस समाज संसार दे विच एक तो एक औखी तो औखी विद्या तेरे जिहड़ी वो दिमाग दे अंदर तेरे कंठ होवे, पर सतगुरु कहते मत सच्चा अखर भुल जाए। जिहड़ा सच्चा अखर है प्रभु परमात्मा वाहिगुरु दा अखर है। ठीक है, ये वेद पढ़, विद्या प्राप्त कर, जिवें धन गुरु तेग बहादुर साहब सच्चे पातशाह महाराज ने समझाया ना। ते साहब ने किरपा कीती भी महाराज कहते साधो राम शरण विश्रामा, वेद पुराण पढ़े को यह गुण सिमरे हर को नामा। साहब कहते भी भलिया सतगुरु की शरण विच आ, इस शरण विच आके साधो राम शरण विश्रामा, इथों आके अपने मन नूं टिकाउण दा यतन कर, अपने मन नूं एक थां ते सतगुरु दे शब्द राही उस वाहिगुरु नाल जोड़न दा यतन कर। ते साहब कहंदे वेद पुराण पढ़े को ये गुण, ਜਿਹੜੇ वेदां नूं किताबां नूं जां पुराणां नूं धार्मिक पुस्तकां नूं पढ़ना है, उन्हां नूं पढ़न दा गुण ये होना चाहिए सिमरे हर को नामा, भी हरि दा नाम तेनू सिमरना आ जाए, परमात्मा दी इबादत करनी आ जाए। क्योंकि वेदां में नाम उत्तम, असीं हर रोज धन गुरु अमरदास साहब जी दे बचन पढ़ते हैं, है ते बड़ा उत्तम नाम। दस्या ते सब ने है भी इस संसार दे अंदर किवें रब दी इबादत कीती जा सकती है, किवें नेक इंसान चंगे इंसान बन के इस संसार दे अंदर ये जन्म जिहड़ा वो रब नूं परमात्मा नूं समर्पित कीता जा सकता है। माफ करना, जरूरी नहीं है कि जिहड़ा जां जिन्हों सुखमनी साहब की बाणी याद हो गई होवे, सुखमनी साहब पाठ जिहड़ा वो कंठ कर लिया होवे ते वो याद करने वाला ब्रह्म ज्ञानी बन जाए, जरूरी नहीं है। गुरु ग्रंथ साहब पातशाह की बाणी पूरी कंठ कर लैने वाला बंदा वो जिहड़ा संत बिरती वाला बन गया होवे, जां इन्ना ज्ञान प्राप्त करके, क्योंकि है ते रब नाल जोड़न वाला है ना। इत्थे ते महाराज ने कहा भी एक अखर जिहदे हिरदे विच वस जाए, मन विच वस जाए, ते एक कई कुल्लां दा उधार कर सकता है। पर किन्नियां बाणियां कंठ कर लैनियां, बाणी नूं याद कर लेना, ये जरूरी नहीं भी बाणी याद करन वाले दा जीवन बड़ा उच्चा हो गया होवे, जिन्हें बाणी कंठ कर लई वो बड़ी उच्ची बिरती दा मालक होवे, ये जरूरी नहीं है। सतगुरु दी बाणी ने किरपा कीती भी ये ते दाते दी बख्शिश है, जिन्हों सतगुरु ने बुद्ध बख्शी, जिन्हों गुरु ने ज्ञान बख्शिया, उही इस ज्ञान नूं अपने हिरदे दे अंदर संभाल के रख सकता है। जिवें भाई साहब भाई गुरदास साहब उन्होंने सानू समझाउण दा यतन कीता भी किन्ना भी समाज जिवें इन्हां श्लोकां नाल संबंधित भी भावें ते किन्नियां धार्मिक पुस्तकां दा पाठ होवे, किन्ने वेदां किताबां नूं पढ़न दी गल होवे, जां किन्ना भी ज्ञान दी प्राप्ति वास्ते किन्ना भी मनुख यतन कर लए, पर भाई साहब कहंदे जे सतगुरु दी बख्शिश नहीं ना, जे जीवन दे अंदर गुरु नूं धारण नहीं कीता, गुरु दा ज्ञान प्राप्त करन दा नहीं, ते फिर कहंदे भावें किन्नी पूरी धरती पूरा ये ब्रह्मंड दा चक्कर कढ आवे, गुरु तो बगैर ज्ञान दा दीवा हिरदे च कोई नहीं बाल सकदा। भाई साहब कहंदे उदाहरणां वरतियां समझाउण वास्ते। पहली उदाहरण भाई साहब कहंदे कोट प्रकार नार साजै जौ शिंगार चार, बिन परधार भेटै सुत ना खलाए है। कहंदे भी एक इस्त्री अपने तन ते उन्हें किन्ने भी तरह के कई करोड़ा प्रकार के शिंगार कीते होण, अपने तन ते किन्ने भी उन्हें हार शिंगार करके इस तन नूं सुंदर बनाउण वास्ते कई प्रकार के शिंगार उन्हें अपने शरीर ते कीते होण,
ਪਰ ਭਾਈ ਸਾਹਿਬ ਕਹਿੰਦੇ ਬਿਨ ਪ੍ਰਧਾਰ ਭੇਟੈ ਸੁਤ ਨਾ ਖਿਲਾਏ ਹੈ। ਪਤੀ ਦੀ ਪ੍ਰਾਪਤੀ ਤੋਂ ਬਗੈਰ ਉਹ ਆਪਣੀ ਗੋਦ ਵਿੱਚ ਪੁੱਤ ਨਹੀਂ ਖਿਡਾ ਸਕਦੀ, ਔਲਾਦ ਨਹੀਂ ਖਿਡਾ ਸਕਦੀ। ਦੂਜੀ ਉਦਾਹਰਨ ਵਿੱਚ ਭਾਈ ਸਾਹਿਬ ਕਹਿੰਦੇ ਸੰਚੀਐ ਸਲਲ ਨਿਸ ਬਾਸਰ ਬਿਰਖ ਮੂਲ ਫਲ ਨਾ ਬਸੰਤ ਬਿਨ ਤਾਸ ਪ੍ਰਗਟਾਏ। ਬੰਦਾ ਕਿੰਨਾ ਵੀ ਯਤਨ ਕਰਦਾ ਰਹੇ, ਪੱਤ ਝੜ ਦਾ ਮੌਸਮ ਹੋਵੇ, ਪੱਤ ਝੜ ਦੀ ਰੁੱਤ ਹੋਵੇ, ਤੇ ਕਿੰਨਾ ਵੀ ਬਾਲਟੀਆਂ ਭਰ ਭਰ ਕੇ ਕਿਸੇ ਰੁੱਖ ਦੀਆਂ ਜੜ੍ਹਾਂ ਵਿੱਚ ਪਾਣੀ ਪਾਉਂਦੇ ਰਹੀਏ, ਕਿੰਨਾ ਵੀ ਪਾਣੀ ਦੇ ਨਾਲ ਉਹਨੂੰ ਸਿੰਚਦੇ ਰਹੀਏ, ਭਾਈ ਸਾਹਿਬ ਕਹਿੰਦੇ ਵੀ ਉਹਨਾਂ ਅੰਦਰ ਤਾਜ਼ਾ ਤੇ ਕੋਮਲ ਕਰੁੰਬਲਾਂ ਨਹੀਂ ਫੁੱਟਦੀਆਂ ਜਦੋਂ ਤੱਕ ਬਸੰਤ ਦੀ ਰੁੱਤ ਨਾ ਆਵੇ। ਬਸੰਤ ਦੀ ਰੁੱਤ ਆ ਗਈ ਤੇ ਟਿੱਬਿਆਂ ਤੇ ਖੜੇ ਹੋਏ ਰੁੱਖਾਂ ਦੇ ਅੰਦਰ ਵੀ ਕਰੁੰਬਲਾ ਜਿਹੜੇ ਉਹ ਕੋਮਲ ਜਿਹੜੇ ਪੱਤੇ ਨੇ, ਫੁੱਲ ਨੇ, ਫਲ ਉਹ ਉਗਣੇ ਲੱਗਣੇ ਸ਼ੁਰੂ ਹੋ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਸੰਚੀਐ ਸਲਲ ਨਿਸ ਬਾਸਰ ਬਿਰਖ ਮੂਲ ਫਲ ਨਾ ਬਸੰਤ ਬਿਨ ਤਾਸ ਪ੍ਰਗਟਾਏ ਹੈ। ਸਾਵਨ ਸਮੈ ਕਿਸਾਨ ਖੇਤ ਜੋਤ ਬੀਜ ਬੋਵੈ ਬਰਖਾ ਬਿਹੂਣ ਕਤ ਨਾਜ ਨਿਪ ਜਾਏ ਹੈ। ਤੇ ਅੰਤ ਵਿੱਚ ਕਹਿੰਦੇ ਅਨੇਕ ਪ੍ਰਕਾਰ ਭੇਖ ਧਾਰ ਪ੍ਰਾਨੀ ਭ੍ਰਮੈ ਭੂਮ ਬਿਨ ਗੁਰ ਔਰ ਗਿਆਨ ਦੀਪ ਨਾ ਜਗਾਏ ਹੈ। ਅਨੇਕਾਂ ਪ੍ਰਕਾਰ ਦੇ ਭੇਖ ਆਪਣੇ ਤਨ ਤੇ ਧਾਰਨ ਕਰਕੇ ਪ੍ਰਾਣੀ ਪੂਰੀ ਧਰਤੀ ਘੁੰਮ ਲਏ, ਜਿੱਥੋਂ ਵੀ ਉਹਨੂੰ ਗਿਆਨ ਮਿਲਣਾ ਹੋਵੇ ਉੱਥੋਂ ਯਤਨ ਕਰੇ, ਪਰ ਕਹਿੰਦੇ ਬਿਨ ਗੁਰ ਔਰ ਗਿਆਨ ਦੀਪ ਨਾ ਜਗਾਏ ਹੈ। ਗੁਰੂ ਤੋਂ ਬਗੈਰ ਹਿਰਦੇ ਦੇ ਅੰਦਰ ਗਿਆਨ ਦਾ ਦੀਵਾ ਕੋਈ ਨਹੀਂ ਬਾਲ ਸਕਦਾ। ਭਾਵੇਂ ਕਿੰਨੇ ਵੀ ਵੇਦਾਂ ਕਿਤਾਬਾਂ ਦਾ, ਜਿੰਨਾ ਮਰਜ਼ੀ ਧਾਰਮਿਕ ਪੁਸਤਕਾਂ ਦਾ ਅਧਿਐਨ ਬੰਦਾ ਕਰ ਲਏ, ਕਿੰਨਾ ਵੀ ਉਹ ਯਤਨ ਕਰੇ, ਮਹਾਰਾਜ ਕਹਿੰਦੇ ਹੋਵਾਂ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ। ਮੈਂ ਆਪਣੇ ਮੁਖ ਤੋਂ 4 ਵੇਦਾਂ ਦਾ ਪਾਠ ਕਰਦਾ ਹੋਵਾਂ, ਮੈਂ ਬੜਾ ਵੱਡਾ ਪੰਡਤ, ਬੜਾ ਵੱਡਾ ਵਿਦਵਾਨ ਬਣ ਜਾਵਾਂ, ਪਰ ਗੁਰੂ ਪਿਆਰਿਓ ਜੇ ਸਿਰਫ ਔਰ ਸਿਰਫ ਵਿਦਿਆ ਪ੍ਰਾਪਤ ਕਰਕੇ, ਜਿਵੇਂ ਮਹਾਰਾਜ ਕਹਿੰਦੇ ਆ ਵੀ ਪੜ ਪੜ ਕੇ ਕਿੰਨਾ ਵੀ ਧਾਰਮਿਕ ਪੁਸਤਕਾਂ ਨੂੰ ਜੇ ਕੇਵਲ ਔਰ ਕੇਵਲ ਵਾਦ ਵਿਵਾਦ ਬਹਿਸ ਚਰਚਾ ਵਾਸਤੇ ਇਹ ਪ੍ਰਾਪਤ ਕਰ ਰਿਹਾ ਹੈ, ਤੇ ਕਹਿੰਦੇ ਵੀ ਮਤ ਬੁੱਧ ਭਵੀ ਨਾ ਬੁੱਝਈ। ਮਹਾਰਾਜ ਕਹਿੰਦੇ ਵੀ ਮਤ ਬੁੱਧ ਭਵੀ, ਭਵੀ ਤੋਂ ਭਾਵ ਹੁੰਦਾ ਭੌਂ ਜਾਣੀ, ਕੁਰਾਏ ਪੈ ਜਾਣਾ। ਸਾਹਿਬ ਕਹਿੰਦੇ ਬੰਦੇ ਦੀ ਮਤ ਜਿਹੜੀ ਉਹ ਕੁਰਾਏ ਪੈ ਗਈ। ਅੰਤਰ ਲੋਭ ਵਿਕਾਰ ਵੇਦਾਂ ਨੂੰ ਪੜ੍ਹ ਕੇ ਅੰਦਰ ਨੂੰ ਸ਼ਾਂਤ ਕਰਨਾ ਸੀ, ਵਿਕਾਰਾਂ ਨੂੰ ਰੋਕਣਾ ਸੀ। ਸਾਡੇ ਅੰਦਰ ਜਿਹੜੀ ਸੰਸਾਰ ਦੇ ਪਦਾਰਥਾਂ ਦੀ ਭਟਕਣਾ ਹੈ, ਦੁਨੀਆ ਦੇ ਪਦਾਰਥਾਂ ਦੀ ਭਟਕਣਾ ਹੈ, ਉਹਨੂੰ ਸ਼ਾਂਤ ਕਰਨਾ ਸੀ। ਸੰਸਾਰ ਦੇ ਪਦਾਰਥਾਂ ਵਾਲੇ ਪਾਸੇ ਭੱਜਣ ਦੀ ਬਜਾਏ ਰੱਬ ਵਾਲੇ ਪਾਸੇ, ਕਰਤੇ ਪੁਰਖ ਵਾਲੇ ਪਾਸੇ ਤੁਰਨਾ ਸੀ। ਪਰ ਮਹਾਰਾਜ ਕਹਿੰਦੇ ਵੀ ਇੱਥੇ ਤੇ ਮਤ ਬੁੱਧ ਭਵੀ ਨਾ ਬੁੱਝਈ। ਮਤ ਬੁੱਧ ਐਸੀ ਕੁਰਾਏ ਪੈ ਗਈ, ਐਸਾ ਸੰਸਾਰ ਦੇ ਅੰਦਰ ਕੁਰਾਏ ਪੈ ਗਿਆ। ਅੰਤਰ ਲੋਭ ਵਿਕਾਰ ਜਿਨ੍ਹਾਂ ਵੇਦਾਂ ਦਾ ਪਾਠ ਕਰਕੇ, ਜਿੰਨੀਆਂ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਮੈਂ ਆਪਣੇ ਅੰਦਰ ਨੂੰ ਟਿਕਾਉਣਾ ਸੀ, ਸਾਹਿਬ ਕਹਿੰਦੇ ਉੱਥੇ ਵਿਕਾਰ ਪੈਦਾ ਹੋ ਗਏ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਜਿਵੇਂ ਅਸੀਂ ਹਰ ਰੋਜ਼ ਪੜ੍ਹਦੇ ਹਾਂ, ਸਾਹਿਬ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਵੀ ਉਸ ਰੱਬ ਦਾ, ਉਸ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿੰਨੇ ਬੰਦਾ ਭਾਵੇਂ ਆਪਣੇ ਮੁਖ ਤੋਂ ਵੇਦਾਂ ਨੂੰ, ਕਿਤਾਬਾਂ ਨੂੰ ਪੜ੍ਹਦਾ ਰਹੇ, ਤੇ ਸਾਹਿਬ ਦੀ ਬਾਣੀ ਨੇ ਸਾਨੂੰ ਸਮਝਾਇਆ। ਮਹਾਰਾਜ ਕਹਿੰਦੇ ਵੇਦ ਕਹਿ ਵਖਿਆਨ ਅੰਤ ਨਾ ਪਾਵਨਾ। ਫਿਰ ਅਗਲੀ ਪੰਕਤੀ ਹੈ ਪੜ੍ਹਿਐ ਨਾਹੀ ਭੇਦ ਬੁੱਝਿਐ ਪਾਵਨਾ। ਮਹਾਰਾਜ ਕਹਿੰਦੇ ਵੀ ਪੜ੍ਹਨ ਦੀ ਤੇ ਇੱਥੇ ਗੱਲ ਹੀ ਨਹੀਂ। ਪੜ੍ਹਨ ਨੂੰ ਤੇ ਕਿੰਨਾ ਮਰਜ਼ੀ ਬੰਦਾ ਪੜ੍ਹਦਾ ਰਵੇ, ਆਪਣੀ ਬੁੱਧ ਦਾ ਪ੍ਰਗਟਾਵਾ ਕਰਨ ਵਾਸਤੇ, ਆਪਣੀ ਮਤ ਦਾ ਪ੍ਰਗਟਾਵਾ ਕਰਨ ਵਾਸਤੇ ਕਿੰਨਾ ਕੁਝ ਉਹ ਯਾਦ ਕਰ ਲੈ, ਕਈ ਕੁਝ। ਪਰ ਜੇਕਰ ਸਮਝ ਨਾ ਹੋਵੇ ਤੇ ਕਈ ਵਾਰ ਮੂਰਖ ਵੀ, ਜਿਹੜਾ ਸਿਆਣਾ ਵਿਦਵਾਨ ਪੰਡਤ, ਉਹ ਵੀ ਮੂਰਖ ਬਣ ਜਾਂਦਾ ਹੈ। ਜੇਕਰ ਸਮਝ ਆ ਜਾਏ ਕਿਸੇ ਗੱਲ ਦਾ, ਇੱਕ ਅੱਖਰ ਹੀ ਹਿਰਦੇ ਵਿੱਚ ਵਸ ਜਾਏ, ਤੇ ਮੂਰਖ ਬੰਦੇ ਵੀ ਜਿਹੜੇ ਉਹ ਸਿਆਣੇ ਬਣ ਜਾਂਦੇ ਹੈ। ਇਹ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਲਾ ਹੈ, ਜਿਹਦੇ ਤੇ ਉਹ ਬਖਸ਼ਿਸ਼ ਕਰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਵਾਰ ਪੌੜੀ ਵਿੱਚ ਬੜੇ ਪਿਆਰੇ ਜਿਹੜੇ ਉਹ ਬਚਨ ਸਾਡੇ ਸਾਹਮਣੇ ਰੱਖੇ। ਉਹ ਕਹਿੰਦੇ ਵੀ ਉਜੈਨ ਨਗਰੀ ਹੈ, ਕਿਉਂਕਿ ਜੇ ਗਿਆਨ ਦੀ ਸਮਝ ਹੋਵੇ, ਅੱਗੇ ਬੈਠੇ ਬੰਦੇ ਦਾ ਪਤਾ ਹੋਵੇ ਵੀ ਕਿਹੋ ਜਿਹਾ ਹੈ, ਉਸ ਤਰੀਕੇ ਦੀ ਵਿਚਾਰ, ਨਹੀਂ ਤੇ ਕਿੰਨੇ ਵੀ ਹੁਣ ਵੇਦ ਗ੍ਰੰਥ ਪੜ੍ਹੇ ਹੋਣ, ਕਿੰਨਾ ਕੁਝ ਯਾਦ ਕੀਤਾ ਹੋਵੇ, ਕਈ ਵਾਰ ਮੂਰਖ ਦੇ ਸਾਹਮਣੇ ਬਹਿ ਕੇ ਵੀ ਸਿਆਣੇ ਤੋਂ ਸਿਆਣਾ ਬੰਦਾ, ਵਿਦਵਾਨ ਤੋਂ ਵਿਦਵਾਨ ਬੰਦਾ, ਉਹ ਵੀ ਆਪਣੇ ਆਪ ਦੇ ਅੰਦਰ ਇੱਕ ਵਾਰ ਜਿਹੜਾ ਉਹ ਪਛਤਾਵਾ ਕਰਦਾ ਹੈ ਵੀ ਮੈਂ ਇੰਨਾ ਵਿਦਵਾਨ ਤੇ ਮੂਰਖ ਦੇ ਸਾਹਮਣੇ ਉਸ ਗੱਲ ਨੂੰ ਭਾਈ ਗੁਰਦਾਸ ਸਾਹਿਬ ਨੇ ਲਿਖਿਆ ਹੈ
ਭਾਈ ਸਾਹਿਬ ਕਹਿੰਦੇ ਵੀ ਉਜੈਨ ਦੀ ਨਗਰੀ ਗੋਸ਼ਟ ਗਾਂਗੇ ਤੇਲੀਏ ਪੰਡਤ ਨਾਲ ਹੋਵੇ ਜਗ ਦੇਖੈ। ਭਾਈ ਸਾਹਿਬ ਕਹਿੰਦੇ ਵੀ ਇੱਕ ਉਜੈਨ ਦੀ ਨਗਰੀ ਦੇ ਅੰਦਰ ਬਹੁਤ ਵਿਦਵਾਨ ਪੰਡਤ ਆਇਆ ਔਰ ਉਹਨੂੰ ਇਹ ਸੀ ਵੀ ਅੱਜ ਤੱਕ ਮੇਰੇ ਸਾਹਮਣੇ ਵਿਚਾਰ ਚਰਚਾ ਕੋਈ ਨਹੀਂ ਕਰ ਸਕਿਆ, ਬੜੇ ਮੈਂ ਵੇਦਾਂ ਨੂੰ ਪੜਨ ਵਾਲਾ ਹੈ, ਬੜਾ ਕੁਝ ਮੈਂ ਯਾਦ ਕੀਤਾ ਹੋਇਆ ਹੈ। ਕਹਿੰਦੇ ਵੀ ਉਹ ਜਣੇ ਖਣੇ ਨੂੰ ਫੜ ਫੜ ਕੇ ਆਖੇ ਵੀ ਮੇਰੇ ਨਾਲ ਵਿਚਾਰ ਕਰ, ਮੇਰੇ ਨਾਲ ਬਹਿਸ ਕਰ, ਮੇਰੇ ਨਾਲ ਚਰਚਾ ਕਰ, ਕਿਉਂਕਿ ਜੇਕਰ ਮਤ ਬੁੱਧ ਭਵੀ ਨਾ ਬੁਝਈ ਅੰਤਰ ਲੋਭ ਵਿਕਾਰ, ਭਾਵੇਂ ਕਿੰਨਾ ਵੀ ਵੇਦਾਂ ਕਿਤਾਬਾਂ ਨੂੰ ਪੜ ਲਿਆ ਜਾਏ, ਜੇਕਰ ਮਤ ਅਕਰਤੇ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਬੁੱਝ ਨਾ ਪਾਈ, ਸਮਝ ਨਾ ਪਾਈ, ਵਾਹਿਗੁਰੂ ਦੇ ਮਾਰਗ ਤੇ ਤੁਰ ਨਾ ਸਕੇ, ਤੇ ਭਾਵੇਂ ਕਿੰਨਾ ਕੁਝ ਵੀ ਯਾਦ ਕੀਤਾ ਹੋਵੇ, ਫਿਰ ਇੱਕ ਮੂਰਖ ਦੇ ਅੱਗੇ ਵੀ ਸਿਆਣੇ ਤੋਂ ਸਿਆਣਾ ਬੰਦਾ ਬੈਠ ਕੇ ਜਿਹੜਾ ਉਹ ਬਾਅਦ ਵਿੱਚ ਪਤਾ ਲੱਗਣ ਤੇ ਆਪਣੇ ਆਪ ਦੇ ਵਿੱਚ ਪਛਤਾਵਾ ਕਰਦਾ ਹੈ। ਕਿਉਂਕਿ ਭਾਈ ਸਾਹਿਬ ਨੇ ਇਸ ਪੌੜੀ ਦੇ ਅੰਦਰ ਅੰਤ ਵਿੱਚ ਜੋ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਵੀ ਮੂਰਖ ਪੰਡਤ ਸੁਰਤ ਵਸੇਖੈ। ਬਸ ਇਹ ਸੁਰਤ ਦੀ ਗੱਲ ਹੈ, ਭਾਵੇਂ ਉਹ ਅਤ ਦਰਜੇ ਦਾ ਮੂਰਖ ਹੋਵੇ ਤੇ ਭਾਵੇਂ ਅਤ ਦਰਜੇ ਦਾ ਉਹ ਵਿਖਿਆਨ ਕਰਤਾ ਪੰਡਤ ਹੋਵੇ, ਜੇ ਸੁਰਤ ਉਸ ਵਾਹਿਗੁਰੂ ਦੇ ਰੱਬ ਦੇ ਨਾਮ ਵਾਲੇ ਪਾਸੇ ਨਹੀਂ ਤੁਰੀ ਤੇ ਫਿਰ ਇੰਨਾ ਕੁਝ ਕਰਨ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਮਹਾਰਾਜ ਕਹਿੰਦੇ ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ, ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ। ਹੁਣ ਮਹਾਰਾਜ ਕਹਿੰਦੇ ਵੀ 9 ਖੰਡਾਂ ਦੇ ਵਿੱਚ ਪੂਰੀ ਧਰਤੀ, ਪੂਰੇ ਸੰਸਾਰ ਦੇ ਅੰਦਰ ਮੈਂ ਜਾਣਿਆ ਜਾਵਾਂ, ਤੇ ਉਹਦਾ ਵੀ ਪਾਤਸ਼ਾਹ ਨੇ ਅੱਗੇ ਕਿਰਪਾ ਕੀਤੀ। ਆਪਣੇ ਚੱਜ ਵਿਚਾਰ, ਆਪਣੇ ਚੱਜ ਕਰਕੇ, ਆਪਣੇ ਵਿਚਾਰ ਕਰਕੇ, ਆਪਣੇ ਕਰਤੱਵ ਕਰਕੇ, ਆਪਣੇ ਕਰਮ ਕਰਕੇ ਦੁਨੀਆ 'ਚ ਜਾਣਿਆ ਜਾਂਦਾ ਹੈ। ਹੁਣ ਦੇਖੋ ਨਾ ਵੀ ਜਦੋਂ ਛੋਟਾ ਜਿਹਾ ਬੱਚਾ ਹੈ, ਉਹਦਾ ਨਾਮ ਪਰਿਵਾਰ ਵੱਲੋਂ, ਮਾਤਾ ਪਿਤਾ ਵੱਲੋਂ ਰੱਖ ਦਿੱਤਾ ਜਾਂਦਾ ਹੈ, ਪਰ ਜਦੋਂ ਉਹ ਵੱਡਾ ਹੁੰਦਾ ਹੈ, ਕੋਈ ਡਿਗਰੀ ਪ੍ਰਾਪਤ ਕਰ ਲੈਂਦਾ ਹੈ, ਭਾਵੇਂ ਉਹਨੇ ਕਾਨੂੰਨ ਦੀ ਪੜ੍ਹਾਈ ਕੀਤੀ, ਤੇ ਉਹਨੂੰ ਆਪਣੇ ਆਪ ਉਹਦੇ ਕਰਮ ਨੂੰ ਵੇਖਦਿਆਂ ਅਸੀਂ ਕਹਿਣਾ ਸ਼ੁਰੂ ਕਰਤਾ ਵੀ ਫਲਾਣਾ ਵਕੀਲ ਹੈ, ਫਲਾਣਾ ਡਾਕਟਰ ਹੈ, ਫਲਾਣਾ ਜੱਜ ਹੈ, ਫਲਾਣਾ ਟੀਚਰ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਵੀ ਜਿਹੋ ਜਿਹਾ ਬੰਦੇ ਦਾ ਸਮਾਜ ਵਿੱਚ ਕਰਮ ਹੋਏਗਾ, ਉਸ ਕਰਮ ਦੇ ਨਾਮ ਤੇ ਉਹਨੂੰ ਸੰਸਾਰ ਦੇ ਅੰਦਰ ਜਿਹੜਾ ਉਹਨੂੰ ਬੁਲਾਉਣਾ, ਉਹਨੂੰ ਯਾਦ ਕਰਨਾ, ਉਹਨੂੰ ਚੇਤੇ ਕਰਨਾ, ਉਹਦੇ ਨਾਮ ਨੂੰ ਸਮਾਜ ਦੇ ਵਿੱਚ ਉਹਦੇ ਕਰਮ ਨੂੰ ਵੇਖਦਿਆਂ ਆਪਣੇ ਚੱਜ ਵਿਚਾਰ, ਆਪਣੇ ਕਰਮ ਦੇ ਨਾਲ ਸਮਾਜ ਦੇ ਅੰਦਰ ਉਹ ਪ੍ਰਸਿੱਧੀ ਪ੍ਰਾਪਤ ਕਰਦਾ ਹੈ। ਭਾਵੇਂ ਜੇ ਉਹ ਕੁਕਰਮੀ ਬਣ ਗਿਆ, ਮਾੜੇ ਪਾਸੇ ਤੁਰ ਪਿਆ, ਚੋਰ ਵਾਲਾ ਪਾਸਾ ਅਸੀਂ ਕਹਿੰਦੇ ਵੀ ਫਲਾਣਾ, ਭਾਵੇਂ ਕਿੰਨਾ ਬੰਦਾ ਨਾਮ ਲੈਂਦਾ ਰਹੇ, ਪਰ ਜਦੋਂ ਆਖਦਾ ਵੀ ਫਲਾਣਾ ਅਜਿਹਾ ਬੰਦਾ, ਤੇ ਉਸੇ ਵਕਤ ਝੱਟ ਉਹਦੇ ਕਰਮ ਨੂੰ ਵੇਖ ਕੇ ਯਾਦ ਆ ਜਾਂਦਾ ਵੀ ਇਹ ਤੇ ਵਾਕਈ ਫਲਾਣਾ ਬੰਦਾ ਹੈ। ਮਹਾਰਾਜ ਦੀ ਬਾਣੀ ਨੇ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਪਾਤਸ਼ਾਹ ਨੇ ਸਮਝਾਇਆ, ਕਹਿੰਦੇ ਵੀ ਧਰਮ ਕਮਾਏ ਤਿਸ ਧਰਮ ਨਾਉ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਪਾਤਸ਼ਾਹ ਕਹਿੰਦੇ ਵੀ ਜਿਹੜਾ ਬੰਦਾ ਧਰਮ ਦੀ ਕਮਾਈ ਕਰਦਾ ਹੈ, ਸਮਾਜ ਦੇ ਅੰਦਰ, ਸੰਸਾਰ ਦੇ ਵਿੱਚ ਉਹਨੂੰ ਧਰਮੀ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਵੀ ਫਲਾਣਾ ਧਰਮੀ ਹੈ। ਪਾਪ ਕਮਾਣਾ ਪਾਪੀ ਜਾਣੀਏ, ਤੇ ਜਿਹੜਾ ਬੰਦਾ ਪਾਪ ਕਮਾਉਣ ਵਾਲਾ ਹੈ, ਜਿਹੜਾ ਬੰਦਾ ਦੁਰਾਚਾਰੀ ਕਰਨ ਵਾਲਾ ਹੈ, ਜਿਹੜਾ ਬੰਦਾ ਹਰ ਵਕਤ ਠੱਗੀਆਂ ਠੋਰੀਆਂ ਕਰਨ ਵਾਲਾ ਹੈ, ਮਹਾਰਾਜ ਕਹਿੰਦੇ ਪਾਪ ਕਮਾਣਾ ਪਾਪੀ ਜਾਣੀਏ। ਇਹ ਜਦੋਂ ਸ਼ਲੋਕ ਪੜ੍ਹਦੇ ਆ ਵੀ ਦਿੰਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ, ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਜਿਹੋ ਜਿਹਾ ਕਰਮ ਕਰੇਗਾ, ਜੇ ਉਹ ਧਰਮ ਕਮਾਏਗਾ ਤੇ ਤਿਸ ਧਰਮ ਨਾਉ ਹੋਵੇ, ਉਹਦਾ ਨਾਮ ਧਰਮੀ ਬਣ ਜਾਏਗਾ। ਜੇ ਉਹ ਪਾਪ ਕਮਾਵੇਗਾ ਤੇ ਉਹਦਾ ਨਾਮ ਆਪਣੇ ਆਪ ਪਾਪ ਕਮਾਣਾ ਪਾਪੀ ਜਾਣੀਏ, ਪਾਪਾਂ ਨੂੰ ਕਮਾਉਣ ਵਾਲਾ ਪਾਪੀ ਕਹਿ ਕੇ ਬੁਲਾਇਆ ਜਾਏਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਨੇ ਵੀ ਬੜੇ ਪਿਆਰ ਨਾਲ ਸਮਝਾਇਆ, ਕਹਿੰਦੇ ਵੀ ਜੈਸੇ ਚੂਨੋ ਖਾਂਡ ਸਵੇਤ ਏਕ ਸੈ ਦਿਖਾਈ ਦੇਤ। ਕਹਿੰਦੇ ਵੀ ਜਿਵੇਂ ਚੂਨਾ ਤੇ ਖੰਡ ਹੈ, ਪੀਸੀ ਹੋਈ ਖੰਡ ਹੋਵੇ, ਜਿਹਨੂੰ ਬੂਰਾ ਖੰਡ ਵੀ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਵੀ ਦੋਵਾਂ ਦਾ ਰੰਗ ਤੇ ਚਿੱਟਾ ਹੈ। ਜੈਸੇ ਚੂਨੋ ਖਾਂਡ ਸਵੇਤ ਏਕ ਸੈ ਦਿਖਾਈ ਦੇਤ, ਕਹਿੰਦੇ ਵੀ ਦੋਵਾਂ ਦਾ ਰੰਗ ਇੱਕੋ ਜਿਹਾ ਹੈ, ਪਰ ਭਾਈ ਸਾਹਿਬ ਕਹਿੰਦੇ ਪਾਈਐ ਤੋ ਸਵਾਦ ਰਸ ਰਸਨਾ ਕਹਿ ਚਾਖੀਐ। ਕਹਿੰਦੇ ਵੀ ਜਦੋਂ ਉਹਨਾਂ ਦੋਵਾਂ ਨੂੰ ਆਪਣੀ ਰਸਨਾ ਤੇ ਜ਼ੁਬਾਨ ਤੇ ਰੱਖੀਦਾ ਹੈ, ਉਹਨਾਂ ਦਾ ਸਵਾਦ ਚਖੀਦਾ ਹੈ, ਤੇ ਸਮਝ ਪੈਂਦੀ ਵੀ ਇਹ ਮਿੱਠਾ ਹੈ, ਇਹ ਖੰਡ ਹੈ, ਤੇ ਇਹ ਆਟਾ, ਇਹ ਫਿੱਕਾ ਹੈ। ਇਸੇ ਤਰ੍ਹਾਂ ਅੱਗੇ ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿੰਦੇ ਵੀ ਪਿੱਤਲ ਤੇ ਸੋਨਾ
ਦੋਵਾਂ ਦਾ ਰੰਗ ਕਹਿੰਦੇ ਵੀ ਇੱਕੋ ਜਿਹਾ ਹੈ, ਤੇ ਉਹਨਾਂ ਦੋਵਾਂ ਨੂੰ ਕਹਿੰਦੇ ਵੀ ਆਮ ਮਨੁੱਖ ਅੱਗੇ ਰੱਖਿਆ ਹੋਵੇ ਤੇ ਸਮਝ ਨਹੀਂ ਪੈਂਦੀ ਵੀ ਸੋਨਾ ਕਿਹੜਾ ਹੈ ਤੇ ਪਿੱਤਲ ਕਿਹੜਾ ਹੈ। ਪਰ ਕਹਿੰਦੇ ਵੀ ਜਿਹੜਾ ਬੰਦਾ ਇਸ ਗੱਲ ਦਾ ਪਾਰਖੂ ਹੋਵੇ, ਪਾਰਖਦ ਹੋਵੇ, ਤੇ ਪਾਰਖਦ ਦੇ ਅੱਗੇ ਜਦੋਂ ਉਹ ਸੋਨਾ ਤੇ ਪਿੱਤਲ ਰੱਖਿਆ ਜਾਂਦਾ ਹੈ, ਕਹਿੰਦੇ ਵੀ ਉਸੇ ਵਕਤ ਉਹ ਜਾਣ ਲੈਂਦਾ ਹੈ ਉਹਦੀ ਮਹੱਤਤਾ ਨੂੰ, ਉਹਦੀ ਵਡਿਆਈ ਨੂੰ, ਵੀ ਆਹ ਸੋਨਾ ਹੈ ਤੇ ਆਹ ਪਿੱਤਲ ਹੈ। ਤੀਜੀ ਉਦਾਹਰਨ ਵਿੱਚ ਭਾਈ ਸਾਹਿਬ ਕਹਿੰਦੇ ਕਾਂ ਤੇ ਕੋਇਲ ਦੋਵਾਂ ਦਾ ਜਿਹੜਾ ਰੰਗ ਜਿਹੜਾ ਉਹ ਸ਼ਾਮ ਹੈ, ਕਾਲਾ ਹੈ, ਪਰ ਕਹਿੰਦੇ ਵੀ ਜਦੋਂ ਉਹ ਆਪਣੀ ਰਸਨਾ ਤੋਂ ਕੋਈ ਸ਼ਬਦ ਨੂੰ ਭਾਖਦੇ ਨੇ, ਬੋਲਦੇ ਹੈ, ਕੋਇਲ ਆਪਣੇ ਗਲੇ ਤੋਂ ਆਲਾਪ ਕਰਦੀ ਹੈ, ਕਾਂ ਆਪਣੇ ਗਲੇ ਤੋਂ ਬੋਲਦਾ ਹੈ, ਉਸੇ ਵਕਤ ਪਤਾ ਲੱਗ ਜਾਂਦਾ ਹੈ ਵੀ ਇਹ ਕਾਂ ਹੈ ਤੇ ਇਹ ਕੋਇਲ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਸਾਧ ਤੇ ਅਸਾਧ, ਜਿਹੜਾ ਇਹ ਸੰਸਾਰ ਦੇ ਅੰਦਰ ਜਿਹੋ ਜਿਹਾ ਜਿਹਦਾ ਕਰਮ ਹੋਵੇਗਾ, ਹੁਣ ਭਾਈ ਸਾਹਿਬ ਕਹਿੰਦੇ ਸਾਧ ਤੇ ਅਸਾਧ ਵੇਖਣ ਤੋਂ ਸਰੀਰ ਤੇ ਇੱਕੋ ਜਿਹਾ ਹੈ ਨਾ, ਜਿਹੋ ਜਿਹਾ ਸੰਤ ਦਾ ਸਰੀਰ ਹੈ ਉਹੋ ਜਿਹਾ ਸਾਕਤ ਦਾ ਸਰੀਰ ਹੈ, ਜਿਹੋ ਜਿਹਾ ਚੋਰ ਹੈ ਉਹੋ ਜਿਹਾ ਇੱਕ ਰੱਬ ਵਾਲੀ ਬਿਰਤੀ ਵਾਲਾ ਮਨੁੱਖ ਹੈ, ਸਰੀਰ ਤੇ ਦੋਵਾਂ ਦਾ ਇੱਕੋ ਜਿਹਾ ਹੈ। ਪਰ ਭਾਈ ਸਾਹਿਬ ਕਹਿੰਦੇ ਕਰਨੀ ਕਰਤੂਤ ਲਗ ਲੱਛਣ ਕੇ ਲਾਖੀ ਹੈ, ਕਹਿੰਦੇ ਵੀ ਜਿਹੜੀ ਕਰਨੀ ਕਰਤੂਤ ਹੈ ਨਾ, ਜਿਹੜੀ ਕਰਤੂਤ ਹੈ, ਜਿਹੜਾ ਬੰਦੇ ਦਾ ਕਰਮ ਹੈ, ਉਸ ਕਰਮ ਤੋਂ ਉਹ ਜਾਣਿਆ ਜਾਂਦਾ ਹੈ, ਉਸ ਕਰਮ ਤੋਂ ਉਹਦੀ ਪਹਿਚਾਣ ਆਉਂਦੀ ਹੈ ਵੀ ਇਹਦਾ ਕਰਮ ਇਸ ਤਰ੍ਹਾਂ ਦਾ, ਇਹ ਬੰਦਾ ਕਿਸ ਪ੍ਰਕਾਰ ਕਿਵੇਂ ਦਾ ਇਹਦਾ ਸੁਭਾਅ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ, ਆਪਣੇ ਚੱਜ ਵਿਚਾਰ ਦੇ ਨਾਲ, ਆਪਣੇ ਕਰਮ ਦੇ ਨਾਲ, ਆਪਣੇ ਸੁਭਾਅ ਦੇ ਨਾਲ ਉਹ ਇਸ ਸੰਸਾਰ ਵਿੱਚ ਜਾਣਿਆ ਜਾਏਗਾ। ਜ਼ਰੂਰੀ ਨਹੀਂ ਵੀ ਜਿਨੇ ਬੜਾ ਮਿਹਨਤ ਕਰਕੇ, ਉਦਮ ਕਰਕੇ ਵੇਦਾਂ, ਕਿਤਾਬਾਂ, ਪੁਰਾਣਾਂ ਦਾ ਅਧਿਐਨ ਕੀਤਾ ਉਹੀ ਬੰਦਾ ਸਮਾਜ ਵਿੱਚ ਜਾਣਿਆ ਜਾਏਗਾ। ਪਾਤਸ਼ਾਹ ਕਹਿੰਦੇ ਵੀ ਨਹੀਂ, ਆਪਣੇ ਕਰਮ ਦੇ ਨਾਲ ਸਮਾਜ ਸੰਸਾਰ ਦੇ ਅੰਦਰ ਜਿਹੜਾ ਉਹ ਮਾਣ ਸਤਿਕਾਰ ਬੰਦਾ ਪ੍ਰਾਪਤ ਕਰਦਾ ਹੈ। ਅਗਲੇ ਸ਼ਲੋਕ ਵਿੱਚ ਕਿਰਪਾ ਕੀਤੀ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ। ਹੁਣ ਮਹਾਰਾਜ ਨੇ ਇਹ ਚਾਰ ਪਾਪ ਜਿਹੜੇ ਉਹ ਸਾਡੇ ਸਾਹਮਣੇ ਰੱਖੇ ਨੇ। ਜਿਵੇਂ ਇੱਕ ਬੇਨਤੀ ਕਰਾਂ, ਅੱਜ ਅਸੀਂ ਆਪਣੇ ਪੰਥ ਦੇ ਅੰਦਰ, ਕੌਮ ਦੇ ਵਿੱਚ ਦੇਖਦੇ ਹਾਂ, ਅਸੀਂ ਜਦੋਂ ਪੰਜ ਪਿਆਰੇ ਸਹਿਬਾਨ ਤੋਂ ਅੰਮ੍ਰਿਤ ਪਾਨ ਕਰਦੇ ਹਾਂ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਦੇ ਹਾਂ, ਉੱਥੇ ਵੀ ਸਾਨੂੰ ਬਕਾਇਦਾ ਚਾਰ ਬੱਜਰ ਕਰਹਿਤਾ ਤੋਂ ਵਿਵਰਜਿਤ ਕੀਤਾ ਜਾਂਦਾ ਹੈ ਵੀ ਇਹ ਚਾਰ ਬੱਜਰ ਕਰਹਿਤਾ ਤੁਹਾਡੇ ਜੀਵਨ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਚਾਰਾਂ ਦੇ ਵਿੱਚੋਂ ਇੱਕ ਵੀ ਬੱਜਰ ਕਰਹਿਤ ਅਗਰ ਕੀਤੀ ਹੈ ਤੇ ਫਿਰ ਮੁੜ ਪੰਥ ਵਿੱਚ ਸ਼ਾਮਲ ਹੋਣ ਲਈ ਪੰਜਾਂ ਦੇ ਅੱਗੇ ਪੇਸ਼ ਹੋਣਾ ਪਵੇਗਾ। ਔਰ ਇਹਨਾਂ ਚਾਰ ਵੱਡੇ ਪਾਪਾਂ ਦੀ ਗੱਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਕੀਤੀ ਹੈ। ਮਹਾਰਾਜ ਕਹਿੰਦੇ ਵੀ ਜੇਕਰ ਚਾਰ ਪਾਪ ਮਨੁੱਖ ਦੇ ਜੀਵਨ ਦੇ ਅੰਦਰ ਧਾਰਨ ਹੋ ਗਏ, ਜੇ ਮਨੁੱਖ ਨੇ ਆਪਣੇ ਜੀਵਨ ਅੰਦਰ ਉਹਨਾਂ ਨੂੰ ਕਮਾ ਲਿਆ, ਹੁਣ ਜਿਵੇਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਧੀਆਂ ਤੇ ਪੁੱਤਰ ਅਖਵਾਉਣ ਦੇ ਅਸੀਂ ਪੰਜ ਪਿਆਰੇ ਸਹਿਬਾਨ ਸਾਨੂੰ ਬਕਾਇਦਾ ਮਰਿਆਦਾ ਵਿੱਚ ਦੱਸਦੇ ਹੈ ਵੀ ਤੁਹਾਡੇ ਜੀਵਨ ਦੇ ਅੰਦਰ ਅਗਰ ਕੁੱਠਾ ਖਾਣਾ, ਕੇਸਾਂ ਦੀ ਬੇਅਦਬੀ, ਪਰ ਇਸਤਰੀ ਪਰ ਪੁਰਸ਼ ਦਾ ਸੰਗ ਕਰ ਲੈਣਾ, ਤੰਬਾਕੂ ਦਾ ਸੇਵਨ, ਅਗਰ ਇਹਨਾਂ ਚਾਰਾਂ ਵਿੱਚੋਂ ਇੱਕ ਵੀ ਬੱਜਰ ਕਰਹਿਤ ਹੋ ਗਈ ਤੇ ਉਹ ਬੰਦਾ ਪਤਿਤ ਹੈ। ਉਹਨੂੰ ਫੇਰ ਮੁੜ ਪੰਜਾਂ ਦੇ ਅੱਗੇ ਪੇਸ਼ ਹੋ ਕੇ ਆਪਣਾ ਭੁੱਲ ਬਖਸ਼ਾ ਕੇ ਫੇਰ, ਔਰ ਇਹ ਵੀ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਨਾ ਇਸ ਗੱਲ ਨੂੰ ਸਾਡੇ ਸਾਹਮਣੇ ਰੱਖਿਆ ਹੈ, ਕਿਉਂਕਿ ਜਦੋਂ ਪੰਜਾਂ ਵਿੱਚ ਸੇਵਾ ਨਿਭਾਈ ਦੀ ਹੈ ਨਾ ਤੇ ਤਕਰੀਬਨ ਠੀਕ ਹੈ, ਕੋਈ ਜੀਵਨ ਦੇ ਅੰਦਰ ਜਾਣੇ ਅਣਜਾਣੇ ਕੋਈ ਭੁੱਲ ਹੋ ਗਈ, ਪਾਪ ਹੋ ਗਿਆ, ਉਹਦੀ ਇੱਕ ਵਾਰ ਮਾਫੀ ਮੰਗ ਲਈ, ਫਿਰ ਬੰਦੇ ਨੂੰ ਆਪਾ ਸੰਕੋਚ ਕੇ ਤੁਰਨਾ ਚਾਹੀਦਾ ਹੈ। ਪਰ ਜੇ ਵਾਰ-ਵਾਰ ਹੀ ਭੁੱਲ ਹੁੰਦੀ ਰਵੇ, ਵਾਰ-ਵਾਰ ਹੀ ਬੰਦਾ ਟੁੱਟਦਾ ਰਵੇ, ਫਿਰ ਆ ਕੇ ਅੰਮ੍ਰਿਤ ਛਕ ਲਿਆ, ਫਿਰ ਜੀਵਨ ਅੰਦਰ ਭੁੱਲ ਕਰ ਲਈ, ਇਹਨਾਂ ਚਾਰ ਬੱਜਰ ਕਰਹਿਤਾਂ ਚੋਂ ਕੋਈ ਇੱਕ ਹੋ ਗਈ, ਫਿਰ ਆ ਕੇ ਮਾਫੀ ਮੰਗੀ, ਫਿਰ ਅੰਮ੍ਰਿਤ ਛਕ ਲਿਆ, ਮਤਲਬ ਖੇਡ ਬਣਾ ਲਈ। ਤੇ ਭਾਈ ਗੁਰਦਾਸ ਸਾਹਿਬ ਜੀ ਨੇ ਅਜਿਹੇ ਬੰਦੇ ਵਾਸਤੇ ਲਿਖਿਆ, ਕਹਿੰਦੇ ਜੈਸੇ ਘਾਓ ਘਾਇਲ ਕੋ ਜਤਨ ਕੋ ਨੀਕੋ ਹੋਤ, ਪੀਰ ਮਿਟ ਜਾਏ ਲੀਕ ਮਿਟਤ ਨਾ ਪੇਖੀ ਹੈ। ਭਾਈ ਸਾਹਿਬ ਕਹਿੰਦੇ ਵੀ ਸਰੀਰ ਤੇ ਜ਼ਖਮ ਹੋ ਜਾਏ ਨਾ ਤੇ ਮਲਮ ਪੱਟੀ ਕੀਤਿਆਂ, ਦਵਾ ਦਾਰੂ ਕੀਤਿਆਂ ਉਹ ਜ਼ਖਮ ਜਿਹੜਾ ਉਹ ਭਰ ਜਾਂਦਾ ਹੈ, ਉਹਦੀ ਪੀੜ ਜਿਹੜੀ ਉਹ ਖਤਮ ਹੋ ਜਾਂਦੀ, ਮੁੱਕ ਜਾਂਦੀ ਹੈ। ਪਰ ਕਹਿੰਦੇ ਵੀ ਲੀਕ ਮਿਟਤ ਨਾ ਪੇਖੀ ਹੈ, ਜਿਹੜਾ ਸਰੀਰ ਤੇ ਜ਼ਖਮ ਹੋਇਆ ਉਹ ਦਵਾ ਦਾਰੂ ਮਲਮ ਪੱਟੀ ਕੀਤਿਆਂ ਠੀਕ ਹੋ ਗਿਆ,
ਪੀੜ ਖਤਮ ਹੋ ਗਈ, ਪਰ ਉਹਦਾ ਨਿਸ਼ਾਨ, ਉਹਦੀ ਲੀਕ ਜਿਹੜੀ ਉਹ ਸਰੀਰ ਤੇ ਬਣ ਜਾਂਦੀ ਹੈ। ਦੂਜੀ ਗੱਲ ਭਾਈ ਸਾਹਿਬ ਕਹਿੰਦੇ ਵੀ ਜਿਵੇਂ ਜੈਸੇ ਫਾਟੋ ਅੰਬਰੋ ਸਿਆਏ ਪੁਨ ਓਢੀਅਤ, ਨਾਂਗੋ ਤਉ ਨਾ ਹੋਏ ਤਉ ਥੇਗਰੀ ਪਰਖੀਐ। ਭਾਈ ਸਾਹਿਬ ਕਹਿੰਦੇ ਵੀ ਕੱਪੜਾ ਫਟ ਗਿਆ ਹੋਵੇ, ਸੂਈ ਧਾਗੇ ਦੇ ਨਾਲ ਉਹਨੂੰ ਸਿਉਂ ਕੇ ਆਪਣੇ ਤਨ ਤੇ ਪਾ ਲਈਦਾ ਹੈ, ਉਹਦੇ ਨਾਲ ਨਗੇਜ ਤੇ ਢੱਕਿਆ ਜਾਂਦਾ ਹੈ। ਪਰ ਭਾਈ ਸਾਹਿਬ ਕਹਿੰਦੇ ਤਉ ਥੇਗਰੀ ਪਰਖੀਏ, ਪਰ ਥੇਗਰੀ ਜਿਹੜੀ ਉਹ ਨਜ਼ਰ ਆਉਂਦੀ ਹੈ, ਦਿਸਦੀ ਹੈ। ਇਸੇ ਤਰ੍ਹਾਂ ਤੀਜੀ ਗੱਲ ਭਾਈ ਸਾਹਿਬ ਕਹਿੰਦੇ ਵੀ ਜਿਵੇਂ ਭਾਂਡਾ ਜਿਹੜਾ ਉਹ ਥਿੜਕ ਜਾਏ, ਟੁੱਟ ਜਾਏ, ਤੇ ਉਹ ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਪਿੰਡਾਂ ਵਿੱਚ ਕਲੀ ਕਰਨ ਵਾਲੇ ਆਉਂਦੇ ਸੀ ਨਾ ਭਾਂਡਿਆਂ ਨੂੰ, ਭਾਈ ਸਾਹਿਬ ਕਹਿੰਦੇ ਵੀ ਭਾਂਡਾ ਕਲੀ ਕਰਕੇ ਉਹਦੇ 'ਚ ਟਾਂਕਾ ਲਾ ਕੇ ਉਹਨੂੰ ਜੋੜ ਦਿੱਤਾ ਜਾਏ, ਉਹਦੇ ਵਿੱਚੋਂ ਪਾਣੀ ਪਾਇਆ ਹੋਵੇ, ਦੁੱਧ ਪਾਇਆ ਹੋਵੇ ਜਾਂ ਕੋਈ ਵਸਤੂ ਪਾਈ ਹੋਵੇ, ਉਹ ਬਾਹਰ ਨਹੀਂ ਡੁੱਲਦੀ। ਪਰ ਕਹਿੰਦੇ ਵੀ ਉਹ ਜਿਹੜਾ ਭਾਂਡਾ, ਜਿਹੜੀ ਕਲੀ ਕੀਤਾ, ਉਹ ਨਜ਼ਰ ਆਉਂਦਾ ਵੀ ਇੱਥੋਂ ਭਾਂਡਾ ਥਿੜਕਿਆ ਸੀ ਤੇ ਇਹਨੂੰ ਦੁਬਾਰਾ ਜਿਹੜਾ ਉਹ ਗੰਢਿਆ ਗਿਆ ਹੈ, ਕਲੀ ਕੀਤਾ ਗਿਆ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿਣ ਲੱਗੇ ਵੀ ਬੰਦਾ ਜੀਵਨ ਦੇ ਅੰਦਰ ਦੁੱਖ ਭੋਗ ਭੋਗ ਕੇ ਗੁਰੂ ਤੋਂ ਬੇਮੁਖ ਹੋ ਕੇ ਦੁਬਾਰਾ ਫੇਰ ਗੁਰੂ ਦੇ ਕੋਲ ਆਏ, ਤੇ ਗੁਰੂ ਦਾ ਸੁਭਾਅ ਹੈ ਵੀ ਆਏ ਹੋਏ ਨੂੰ ਬਖਸ਼ ਲੈਣਾ, ਆਏ ਹੋਏ ਨੂੰ ਮਾਫ ਕਰ ਦੇਣਾ। ਪਰ ਕਹਿੰਦੇ ਵੀ ਜਿਹੜਾ ਉਹਦੇ ਮੱਥੇ ਤੇ ਕਲੰਕ ਹੈ ਨਾ, ਵਾਰ-ਵਾਰ ਟੁੱਟਣ ਦਾ, ਵਾਰ-ਵਾਰ ਗੰਢਣ ਦਾ, ਵਾਰ-ਵਾਰ ਟੁੱਟਣ ਦਾ, ਵਾਰ-ਵਾਰ ਜੁੜਨ ਦਾ, ਭਾਈ ਸਾਹਿਬ ਕਹਿੰਦੇ ਉਹ ਨਜ਼ਰ ਜ਼ਰੂਰ ਆਉਂਦਾ ਵੀ ਇਹ ਪਹਿਲਾਂ ਟੁੱਟਿਆ ਸੀ, ਦੁਬਾਰਾ ਜੁੜਿਆ, ਫੇਰ ਟੁੱਟਿਆ, ਫੇਰ ਜੁੜਿਆ, ਫੇਰ ਟੁੱਟਿਆ, ਫੇਰ ਜੁੜਿਆ। ਭਾਈ ਸਾਹਿਬ ਕਹਿੰਦੇ ਉਹ ਨਜ਼ਰ ਜ਼ਰੂਰ ਆਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਨੇ ਸਾਨੂੰ ਸਮਝਾਇਆ। ਮਹਾਰਾਜ ਕਹਿੰਦੇ ਜਿਹੜੇ ਇਹਨਾਂ ਚਾਰ ਵੱਡੇ ਪਾਪਾਂ ਨੂੰ ਕਮਾਉਣ ਵਾਲੇ ਬੰਦੇ ਐ, ਉਹ ਭਾਵੇਂ ਕਿੰਨਾ ਵੀ ਬਾਅਦ ਵਿੱਚ ਆ ਕੇ ਮਾਫੀਆਂ ਮੰਗਣ ਵਾਲੇ ਹੋਣ, ਪਰ ਗੁਰੂ ਦੇ ਘਰ ਤੇ ਆ ਕੇ ਉਹ ਗੁਰੂ ਇਸ ਗੱਲ ਨੂੰ ਜਾਣਦਾ ਵੀ ਇਹ ਫਲਾਣਾ ਪਾਪ ਕਮਾ ਕੇ ਆਇਆ ਹੈ, ਫਲਾਣਾ ਬਜ਼ਰ ਪਾਪ ਕਰਕੇ ਆਇਆ। ਸਾਹਿਬ ਕਹਿੰਦੇ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ। ਪਹਿਲਾ ਮਹਾਰਾਜ ਕਹਿੰਦੇ ਬ੍ਰਾਹਮਣ ਦੀ ਹੱਤਿਆ, ਦੂਜੀ ਗਊ ਦੀ ਹੱਤਿਆ, ਤੀਜੀ ਧੀ ਦੀ ਹੱਤਿਆ, ਤੇ ਚੌਥਾ ਅਣਚਾਰੀ ਕਾ ਧਾਨ, ਭ੍ਰਿਸ਼ਟ ਬੰਦੇ ਦਾ, ਕੁਕਰਮੀ ਬੰਦੇ ਦਾ, ਉਹਦੇ ਹੱਥੋਂ ਜਿਹੜਾ ਉਹ ਧਾਨ ਲੈ ਕੇ ਖਾ ਲੈਣਾ, ਛਕ ਲੈਣਾ। ਸਾਹਿਬ ਕਹਿੰਦੇ ਇਹ ਪਾਪ ਹੈ। ਹੁਣ ਵੈਸੇ ਇੱਥੇ ਵਿਦਵਾਨਾਂ ਨੇ ਅਰਥ ਕੀਤੇ ਬ੍ਰਾਹਮਣ ਤੋਂ ਵੀ ਪੂਜਨੀਕ ਬੰਦਾ, ਕੋਈ ਵੀ ਪੂਜਨੀਕ ਪੈਗੰਬਰ ਹੋਵੇ, ਪੀਰ ਹੋਵੇ, ਅਗਰ ਉਸ ਨੂੰ ਕਿਸੇ ਕੁਕਰਮੀ ਬੰਦਿਆਂ ਵੱਲੋਂ, ਪਾਪੀ ਬੰਦਿਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਜਾਏ, ਬੜਾ ਵੱਡਾ ਪਾਪ ਹੈ। ਗਾਂ ਦੀ ਹੱਤਿਆ ਕਰ ਦਿੱਤੀ ਜਾਏ, ਬੜਾ ਵੱਡਾ ਪਾਪ ਹੈ। ਤੇ ਧੀ ਦੀ ਹੱਤਿਆ, ਭਰੂਣ ਹੱਤਿਆ ਜਿਹਨੂੰ ਅਸੀਂ ਆਖਦੇ ਹਾਂ, ਇਹਨੂੰ ਤੇ ਸਾਡੇ ਰਹਿਤਨਾਮਿਆਂ ਨੇ ਵੀ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਉਹਨਾਂ ਨੇ ਲਿਖਿਆ, ਉਹ ਕਹਿੰਦੇ ਵੀ ਸਿੱਖ ਹੋਏ ਜੇ ਕਰਤ ਕ੍ਰੋਧ, ਕੰਨਿਆ ਮੂਲ ਨਾ ਦੇਵੈ ਸੋਧ, ਧੀ ਭੈਣ ਕਾ ਪੈਸਾ ਖਾਏ, ਕਹੇ ਗੋਬਿੰਦ ਸਿੰਘ ਧੱਕੇ ਜਮ ਖਾਏ। ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਕੰਨਿਆ ਨੂੰ ਸੋਧਣ ਵਾਲਾ, ਭਾਵ ਕੰਨਿਆ ਨੂੰ ਖਤਮ ਕਰਨ ਵਾਲਾ ਹੋਵੇ, ਤਾਂ ਜਿਸ ਅਸਥਾਨ ਤੇ ਅਸੀਂ ਬੈਠੇ ਆ ਨਾ, ਧੰਨ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਦਾਤਾ ਇਸੇ ਅਸਥਾਨ ਤੇ ਸ਼ੋਭਨੀਕ ਨੇ। ਰੋਪੜ ਦੀ ਧਰਤੀ ਦਾ ਰਹਿਣ ਵਾਲਾ ਇੱਕ ਦੁਨੀ ਚੰਦ ਨਾਮ ਦਾ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇਸੇ ਧਰਤੀ ਤੇ ਆਇਆ ਸੀ। ਇਸੇ ਅਸਥਾਨ ਤੇ ਗੁਰਦੁਆਰਾ ਬੰਗਲਾ ਸਾਹਿਬ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਨੇ। ਤੇ ਇਤਿਹਾਸ ਲਿਖਦਾ ਹੈ ਵੀ ਜਦੋਂ ਉਹ ਦੁਨੀ ਚੰਦ ਅੰਦਰ ਪ੍ਰਵੇਸ਼ ਕਰਨ ਲੱਗਾ ਨਾ, ਤੇ ਪਾਤਸ਼ਾਹ ਤਖਤ ਤੇ ਬੈਠੇ ਨੇ, ਤੇ ਸਤਿਗੁਰੂ ਨੇ ਉੱਥੇ ਬਾਹਰੋਂ ਹੀ ਉਹਨੂੰ ਦਰਵਾਜ਼ੇ ਤੇ ਰੋਕ ਦਿੱਤਾ ਵੀ ਤੂੰ ਅੰਦਰ ਨਹੀਂ ਆ ਸਕਦਾ, ਤੂੰ ਸੰਗਤ ਵਿੱਚ ਨਹੀਂ ਬੈਠ ਸਕਦਾ। ਉਹਨੇ ਪੁੱਛਿਆ ਸਤਿਗੁਰੂ ਕਿਉਂ ਨਹੀਂ ਬੈਠ ਸਕਦਾ? ਮਹਾਰਾਜ ਕਹਿ ਲੱਗੇ ਤੂੰ ਪਾਪ ਕਰਕੇ ਆਇਆ। ਕਿਹੜਾ ਪਾਪ ਕਰਕੇ ਆਇਆ? ਸਤਿਗੁਰੂ ਕਹਿੰਦੇ ਤੈਨੂੰ ਵੀ ਪਤਾ ਹੈ ਵੀ ਤੂੰ ਕਿਹੜਾ ਪਾਪ ਕਰਕੇ ਆਇਆ। ਤੂੰ ਧੀ ਦੀ ਹੱਤਿਆ ਕੀਤੀ, ਭਰੂਣ ਹੱਤਿਆ ਕੀਤੀ ਹੈ, ਤੇ ਧੀ ਦੀ ਹੱਤਿਆ ਕਰਨ ਵਾਲਾ ਇਸ ਬਾਬੇ ਨਾਨਕ ਦੀ ਪਾਕ ਸੰਗਤ ਵਿੱਚ ਨਹੀਂ ਬੈਠ ਸਕਦਾ। ਇਹਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਹਜ਼ੂਰ ਵਿੱਚ ਬੈਠ ਕੇ ਅਸੀਂ ਵਿਚਾਰੀਏ। ਆਪਣੇ ਮਨ ਦੇ ਅੰਦਰ ਵਿਦਵਾਨਾਂ ਪਾਸੋਂ ਇਤਿਹਾਸ ਦੇ ਵਿੱਚ ਪੜ੍ਹੀਦਾ ਹੈ ਨਾ, ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਤਿਨਾਂ ਦੀ ਮਾਤਾ ਰਾਜ ਕੌਰ, ਉਹਨਾਂ ਦਾ ਜਨਮ ਹੋਇਆ ਸੀ ਨਾ ਬੜ ਰੁੱਖਾਂ ਪਿੰਡ ਸੰਗਰੂਰ ਦੇ ਕੋਲੇ। ਕਹਿੰਦੇ ਵੀ ਮਾਤਾ ਰਾਜ ਕੌਰ ਨੂੰ ਨਾ ਇੱਕ ਘੜੇ ਵਿੱਚ ਪਾ ਕੇ ਤੇ ਧਰਤੀ ਵਿੱਚ ਦੱਬਣ ਵਾਸਤੇ ਪਰਿਵਾਰ ਦੇ, ਉਹਨਾਂ ਦੇ ਮਾਤਾ ਪਿਤਾ ਨੇ ਵੀ ਧੀ ਸਾਡੇ ਘਰ ਜਨਮ ਪਈ,
ਉਹਨੂੰ ਉਹਨਾਂ ਦੱਬਣ ਤੇ ਉਦੋਂ ਉਸ ਵਕਤ ਬਾਬਾ ਗੁੱਦੜ ਸਿੰਘ ਦਾ ਨਾਮ ਜਿਹੜਾ ਉਹ ਲਿਖਿਆ ਹੈ। ਕਹਿੰਦੇ ਵੀ ਸ਼ਾਮ ਜੀ ਦਾ ਸਮਾਂ ਸੀ ਤੇ ਉਹ ਰਾਤ ਦਾ ਸਮਾਂ, ਕਿਉਂਕਿ ਨਾ ਸੂਰਜ ਪੂਰਾ ਅਜੇ ਛਪਿਆ ਹੈ ਤੇ ਨਾ ਹੀ ਅਜੇ ਪੂਰਾ ਦਿਨ ਹੈ। ਕਿਤੇ ਵੀ ਉਹਨਾਂ ਘੜੇ ਵਿੱਚ ਪਾ ਕੇ ਨਾ ਤੇ ਆਪਣੇ ਘਰ ਤੋਂ ਬਾਹਰ ਨੱਪਣ ਵਾਸਤੇ ਪੂਰਾ ਉਹਨਾਂ ਆਪਦਾ ਕੀਤਾ ਹੋਇਆ ਵੀ ਇੰਨੇ ਕੁ ਵਜੇ ਜਦੋਂ ਲੋਕੀ ਆਪੋ ਆਪਣੇ ਘਰਾਂ 'ਚ ਪੈ ਜਾਣਗੇ ਤੇ ਇਹਨੂੰ ਆਪਣੇ ਘਰ ਦੇ ਪਰਲੇ ਪਾਸੇ ਘੜੇ ਵਿੱਚ ਪਾ ਕੇ ਨੱਪ ਦਿੱਤਾ ਜਾਏਗਾ। ਕਹਿੰਦੇ ਵੀ ਬਾਬਾ ਗੁੱਦੜ ਸਿੰਘ ਉਹਨਾਂ ਦੇ ਘਰ ਪਹੁੰਚਦੇ ਨੇ, ਕਹਿਣ ਲੱਗੇ ਵੀ ਤੁਹਾਡੇ ਘਰ ਬੱਚੇ ਨੇ ਜਨਮ ਲਿਆ ਹੈ ਤੇ ਮੈਂ ਉਸ ਬੱਚੇ ਨੂੰ ਵੇਖਣ ਵਾਸਤੇ ਆਇਆ। ਹੁਣ ਸਾਰਾ ਪਰਿਵਾਰ, ਕਿਉਂਕਿ ਬੜੇ ਮਾਣ ਵਾਲੇ ਬੜੇ ਸਤਿਕਾਰਤ ਪੁਰਸ਼ ਬਾਬਾ ਗੁੱਦੜ ਸਿੰਘ ਜੀ, ਮਨਾ ਨਹੀਂ ਸੀ ਕਰ ਸਕਦੇ। ਬੜੀ ਵਾਰ ਪੁੱਛਣ ਤੇ ਕਿੰਨਾ ਟਾਈਮ ਨਾ ਕਿਹਾ ਵੀ ਮੈਂ ਜਾ ਵੇਖ ਕੇ ਜਾਵਾਂਗਾ, ਨਹੀਂ ਤੇ ਮੈਂ ਉਦੋਂ ਤੱਕ ਇਸ ਘਰ ਚੋਂ ਨਹੀਂ ਜਾਵਾਂਗਾ ਜਦੋਂ ਤੱਕ ਤੁਸੀਂ ਨਵ ਜੰਮੇ ਬੱਚੇ ਨੂੰ ਦਿਖਾ ਨਹੀਂ ਦਿੰਦੇ। ਆਖਰਕਾਰ ਉਹਨਾਂ ਨੇ ਫੇਰ ਵਾਪਸ ਉਸੇ ਤਰੀਕੇ ਨਾਲ ਜਿਹੜੀ ਬੱਚੀ ਨੂੰ ਘੜੇ ਵਿੱਚ ਪਾਇਆ ਸੀ ਲਿਆਂਦਾ ਤੇ ਆਖਣ ਲੱਗੇ ਵੀ ਅਸੀਂ ਤੇ ਇਹਨੂੰ ਨੱਪਣ ਵਾਸਤੇ ਦੱਬਣ ਵਾਸਤੇ ਤਿਆਰ ਬੈਠੇ ਸਾਂ। ਤੇ ਇਤਿਹਾਸ ਆਖਦਾ ਹੈ ਵੀ ਉਦੋਂ ਬਾਬਾ ਗੁੱਦੜ ਸਿੰਘ ਜੀ ਨੇ ਸੁਭਾਵਕ ਇਹ ਕਹਿ ਵੀ ਤੁਹਾਨੂੰ ਇਸ ਗੱਲ ਦਾ ਕੀ ਪਤਾ, ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਹਦੇ ਉਦਰ ਦੇ ਵਿੱਚੋਂ ਕਿਸੇ ਮਹਾਂਪੁਰਸ਼ ਦਾ, ਕਿਸੇ ਸੰਤ ਦਾ, ਕਿਸੇ ਸੂਰਮੇ ਦਾ, ਕਿਸੇ ਯੋਧੇ ਦਾ ਜਨਮ ਹੋ ਰਿਹਾ ਹੋਵੇ। ਤੁਹਾਨੂੰ ਇਸ ਗੱਲ ਦਾ ਕੀ ਪਤਾ, ਇੰਨਾ ਵੱਡਾ ਪਾਪ, ਇੰਨਾ ਵੱਡਾ ਗੁਨਾਹ ਕਮਾਉਣ ਲੱਗੇ ਹੋ ਤੁਸੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਬਾਣੀ ਨੇ ਇਹਨੂੰ ਵੱਡਾ ਪਾਪ ਆਖਿਆ। ਸਾਹਿਬ ਕਹਿੰਦੇ ਜਿਨਨੇ ਇਹ ਪਾਪ ਕਰ ਲਿਆ, ਜਿਨਨੇ ਬ੍ਰਾਹਮਣ ਦੀ ਹੱਤਿਆ ਭਾਵ ਪੂਜਨੀਕ ਬੰਦੇ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ, ਤੇ ਚੌਥਾ ਅਣਚਾਰੀ ਕਾ ਧਾਨ, ਕੁਕਰਮੀ ਬੰਦੇ ਦੇ ਹੱਥੋਂ ਲੈ ਕੇ ਖਾ ਲੈਣਾ। ਤੁਸੀਂ ਕਿੰਨੀ ਵਾਰ ਇਹ ਸਾਖੀ ਸੁਣੀ ਹੋਵੇਗੀ ਜਦੋਂ ਬਾਬਾ ਨਾਨਕ ਮਲਕ ਭਾਗੋ ਦੇ ਘਰ ਦਾ ਭੋਜਨ ਜਿਹੜਾ ਉਹ ਤਿਆਗ ਦਿੰਦੇ ਵੀ ਤੇਰੇ ਘਰ ਦਾ ਭੋਜਨ ਨਹੀਂ ਖਾਣਾ, ਤੇਰੇ ਘਰ ਦਾ ਪ੍ਰਸ਼ਾਦਾ ਨਹੀਂ ਖਾਣਾ, ਕਿਉਂਕਿ ਇਹ ਅਣਚਾਰੀ ਕਾ ਧਾਨ ਹੈ। ਗਰੀਬਾਂ ਤੇ ਜ਼ੁਲਮ ਕਰਕੇ, ਅਤਿਆਚਾਰ ਕਰਕੇ ਪ੍ਰਾਪਤ ਕੀਤਾ ਹੋਇਆ ਧਾਨ ਹੈ। ਜਦੋਂ ਭੂਮੀਆਂ ਚੋਰ ਬੜੀ ਵਧੀਆ ਐਨ ਥਾਲੀ ਦੇ ਵਿੱਚ ਪਰੋਸ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਾਬੇ ਨਾਨਕ ਦੇ ਅੱਗੇ ਲਿਆ ਕੇ ਰੱਖਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਸੀ ਵੀ ਭਲਿਆ ਇਹ ਕਿਸ ਕਮਾਈ ਦਾ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਹੈ ਜਿਹੜਾ ਤੂੰ ਥਾਲੀ ਵਿੱਚ ਪਾ ਕੇ ਮੇਰੇ ਅੱਗੇ ਰੱਖਿਆ ਹੈ? ਕਿਸ ਕਮਾਈ ਦਾ ਪ੍ਰਸ਼ਾਦਾ ਹੈ? ਕਿੱਥੋਂ ਇਹ ਕਮਾਈ ਕਰਦਾ ਹੈ? ਤੇਰਾ ਕਿਰਤ ਕੀ ਹੈ? ਜਦੋਂ ਹੁਣ ਪਤਾ ਲੱਗਦਾ ਚੋਰ ਹੈ ਤੇ ਸਤਿਗੁਰੂ ਨਾਨਕ ਸਾਹਿਬ ਨੇ ਕਿਹਾ ਤੇਰੇ ਹੱਥ ਦਾ ਇਹ ਧਾਨ, ਇਹ ਪ੍ਰਸ਼ਾਦਾ ਅਸੀਂ ਨਹੀਂ ਖਾਣਾ। ਕੁਕਰਮੀ ਬੰਦੇ ਦਾ, ਭ੍ਰਿਸ਼ਟ ਬੰਦੇ ਦੇ ਹੱਥ ਦਾ ਖਾਧਾ ਹੋਇਆ ਭੋਜਨ ਹੈ। ਕਿਉਂਕਿ ਅਸੀਂ ਬਾਣੀ ਵਿੱਚ ਪੜ੍ਹਦੇ ਆ ਨਾ ਵੀ ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਜਿਹੋ ਜਿਹਾ ਇਸੇ ਵਾਸਤੇ ਪੁਰਾਤਨ ਬਜ਼ੁਰਗ ਆਖਦੇ ਸਨ ਵੀ ਘਰ ਵਿੱਚ ਪ੍ਰਸ਼ਾਦਾ ਪਕਾਉਣਾ ਹੈ, ਆਟਾ ਗੁੰਨਣਾ ਹੈ ਤੇ ਉਦੋਂ ਜਿਹੜੀ ਸਵਾਣੀ ਉਹ ਵਾਹਿਗੁਰੂ ਦਾ ਜਾਪ ਕਰੇ, ਰੋਟੀ ਪਕਾਉਂਦਿਆਂ ਵਾਹਿਗੁਰੂ ਦਾ ਜਾਪ ਕਰੇ, ਪਰੋਸਦਿਆਂ ਵਾਹਿਗੁਰੂ ਦਾ ਜਾਪ ਕਰੇ। ਜਿੰਨਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਦੇ ਅੰਦਰ ਚਿਤਾਰਿਆ ਜਾਏਗਾ, ਸਤਿਗੁਰੂ ਕਹਿੰਦੇ ਓਨਾ ਇਹ ਸਰੀਰ ਦੇ ਅੰਦਰ ਗਿਆ ਹੋਇਆ ਭੋਜਨ, ਛਕਿਆ ਹੋਇਆ ਭੋਜਨ ਕਰਤੇ ਪੁਰਖ ਵਾਹਿਗੁਰੂ ਵੱਲ ਸਾਡੀ ਮੱਤ ਨੂੰ, ਸਾਡੀ ਸੁਰਤ ਨੂੰ ਤੋਰੇਗਾ। ਇਸ ਸੰਸਾਰ ਦੇ ਅੰਦਰ ਪਾਪਾਂ ਤੋਂ ਸਾਨੂੰ ਗੁਰੇਜ਼ ਕਰਨ ਵਾਸਤੇ ਵਿਵਰਜਿਤ ਕਰੇਗਾ ਵੀ ਇਹ ਪਾਪ ਜੀਵਨ ਵਿੱਚ ਨਹੀਂ ਕਰਨੇ। ਆਪਣੇ ਆਪ ਹਿਰਦੇ ਦੇ ਅੰਦਰ ਨਿਰਮਲ ਭਾਵ ਪੈਦਾ ਹੋਏਗਾ। ਸਾਹਿਬ ਕਹਿ ਲੱਗੇ ਵੀ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ। ਹੁਣ ਮਹਾਰਾਜ ਕਹਿੰਦੇ ਵੀ ਜਿਹੜੇ ਬੰਦੇ ਇਹ ਚਾਰ ਪਾਪ ਕਮਾਉਣ ਵਾਲੇ ਨੇ ਨਾ, ਫਿਟਕ ਫਿਟਕਾ ਕੋੜ ਵਧੀਆ, ਬੜੀ ਵੱਡੀ ਲਾਹਨਤ ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਉਹਨਾਂ ਮਨੁੱਖਾਂ ਨੂੰ ਪਾਈ ਹੈ ਜਿਹੜੇ ਬੰਦੇ ਇਹੋ ਜਿਹੇ ਕੁਕਰਮਾਂ ਨੂੰ ਕਮਾਉਣ ਵਾਲੇ ਨੇ, ਇਹੋ ਜਿਹੇ ਪਾਪ ਕਰਨ ਵਾਲੇ ਨੇ ਸਮਾਜ ਸੰਸਾਰ ਦੇ ਵਿੱਚ, ਜਿਨ੍ਹਾਂ ਦਾ ਜੀਵਨ ਇਸ ਤਰ੍ਹਾਂ ਦਾ ਭ੍ਰਿਸ਼ਟ ਹੋ ਚੁੱਕਾ ਹੈ। ਸਾਹਿਬ ਕਹਿ ਲੱਗੇ ਫਿਟਕ ਫਿਟਕਾ ਕੋੜ ਵਧੀਆ, ਉਹਨਾਂ ਦੇ ਜੀਵਨ ਦੇ ਅੰਦਰ ਇਹ ਲਾਹਨਤ ਹੈ, ਫਿਟਕਾਰ ਹੈ ਜਿਹੜੇ ਪਾਪ ਕਮਾਉਣ ਵਾਲੇ ਤੇ ਕੋੜ ਵਧੀਆ। ਕਹਿੰਦੇ ਵੀ ਜਿਵੇਂ ਕੋੜ ਦਾ ਰੋਗੀ ਹੋਵੇ ਨਾ ਤੇ ਕੋੜ ਵਧੀਆ ਵਾਲਾ ਜਿਹਦਾ ਜੀਵਨ ਹੋਵੇ ਬੜਾ ਭ੍ਰਿਸ਼ਟਿਆ ਤੇ ਬੜਾ ਉਹਦੇ ਜੀਵਨ ਦੇ ਅੰਦਰ ਦੁੱਖ ਹੋਣ। ਸਾਹਿਬ ਕਹਿੰਦੇ ਵੀ ਫਿਰ ਇੰਨਾ ਕਰਕੇ ਨਾ ਹੁਣ ਇਹ 6 ਨੇ, ਬ੍ਰਾਹਮਣ ਦੀ ਹੱਤਿਆ, ਗਊ ਦੀ ਹੱਤਿਆ, ਧੀ ਦੀ ਹੱਤਿਆ, ਅਣਚਾਰੀ ਦਾ ਧਾਨ, ਫਿਟਕਾਰਿਆ ਹੋਇਆ ਬੰਦਾ, ਤੇ ਕਹਿੰਦੇ ਵੀ ਜਿਹੜਾ
ਕੋੜ ਬਦੀਆ ਵਾਲਾ, ਦੁੱਖਾਂ ਨਾਲ ਭਰਿਆ ਹੋਇਆ ਬੰਦਾ। ਸਾਹਿਬ ਕਹਿੰਦੇ ਵੀ ਇਹ 6 ਤਰ੍ਹਾਂ ਦਾ ਰੋਗੀ ਬੰਦਾ ਹੋਵੇ, ਐਸੇ ਪਾਪ ਕਮਾਉਣ ਵਾਲਾ, ਤੇ ਫਿਰ ਵੀ ਮਹਾਰਾਜ ਕਹਿੰਦੇ ਸਦਾ ਸਦਾ ਅਭਿਮਾਨ, ਇਹ ਪਾਪ ਕਰਕੇ ਵੀ ਆਕੜ ਆਕੜ ਕੇ ਤੁਰਦਾ ਹੋਵੇ, ਫਿਰ ਵੀ ਇੰਨਾ ਪਾਪ ਕਰਕੇ ਉਹਦੇ ਗੁਰੂ ਅੱਗੇ ਆ ਕੇ ਵਾਰ-ਵਾਰ ਉਹ ਅਕਾਲ ਪੁਰਖ ਤੋਂ ਮਾਫੀ ਮੰਗਣ ਦੀ ਬਜਾਏ ਸਗੋਂ ਆਕੜ ਆਕੜ ਕੇ ਤੁਰਦਾ ਹੋਵੇ, ਜਿਹਨੇ ਇਹ ਪਾਪ ਕੀਤੇ ਹੋਣ, ਜਿਹਨੇ ਇਸ ਸਮਾਜ ਦੇ ਅੰਦਰ ਵੱਡੇ ਜਿਹੜੇ ਉਹ ਪਾਪਾਂ ਨੂੰ ਕਮਾਇਆ ਹੋਵੇ, ਤੇ ਸਦਾ ਸਦਾ ਅਭਿਮਾਨ, ਫਿਰ ਵੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਆਕੜ ਆਕੜ ਕੇ ਤੁਰਦਾ ਹੋਵੇ, ਅਭਿਮਾਨ ਨਾਲ ਭਰਿਆ ਹੋਵੇ, ਅਹੰਕਾਰ ਦੇ ਨਾਲ ਭਰਿਆ ਹੋਵੇ। ਤੇ ਧੰਨ ਗੁਰੂ ਅਮਰਦਾਸ ਸਾਹਿਬ ਨੇ ਅੱਗੇ ਕਿਹਾ ਪਾਹੇ ਏਤੇ ਜਾਹੇ ਵਿਸਰ। ਮਹਾਰਾਜ ਕਹਿੰਦੇ ਵੀ ਜਿਹਦੇ ਅੰਦਰ ਇੰਨੇ ਵਿਕਾਰ ਪੈਦਾ ਹੋ ਗਏ ਹੋਣ, ਜਿਹਦੇ ਅੰਦਰ ਇਹ 6 ਐਬਾਂ ਦੇ ਨਾਲ ਜਿਹੜਾ ਭਰਿਆ ਹੋਵੇ, ਤੇ ਮਹਾਰਾਜ ਕਹਿੰਦੇ ਪਾਹੇ ਏਤੇ ਜਾਹੇ ਵਿਸਰ, ਜਿਹਦੇ ਅੰਦਰ ਇੰਨੇ ਪਾਪ ਪਏ ਹੋਏ ਨੇ, ਉਹਦੇ ਹਿਰਦੇ ਵਿੱਚ ਰੱਬ ਯਾਦ ਆਏਗਾ, ਪਰਮਾਤਮਾ ਨੂੰ ਚੇਤੇ ਕਰੇਗਾ। ਜਿਵੇਂ ਸਤਿਗੁਰੂ ਦੀ ਬਾਣੀ ਨੇ ਸਮਝਾਇਆ, ਮਹਾਰਾਜ ਕਹਿੰਦੇ ਤੁਮੀ ਤੁਮਾ ਵਿਸ ਅੱਕ ਧਤੂਰਾ ਨਿੰਮ ਫਲ, ਇਹ ਵੀ 6 ਨੇ। ਮਹਾਰਾਜ ਕਹਿੰਦੇ ਵੀ ਬੜਾ ਹੁਣ ਕੌੜਾ ਹੈ ਤੁਮਾ, ਬੜੀ ਕੁੜੱਤਣ ਨਾਲ ਭਰਿਆ ਹੈ। ਫਿਰ ਮਹਾਰਾਜ ਕਹਿੰਦੇ ਜ਼ਹਿਰ ਹੋਵੇ, ਵਿਸ ਜ਼ਹਿਰ। ਫਿਰ ਉਹ ਕਹਿੰਦੇ ਵੀ ਅੱਕ ਹੋਵੇ ਤੇ ਧਤੂਰਾ ਹੋਵੇ ਤੇ ਨਿੰਮ ਦਾ ਫਲ ਹੋਵੇ। ਇੰਨੇ ਕੌੜੇ ਤੁਮੀ ਤੁਮਾ ਵਿਸ ਅੱਕ ਧਤੂਰਾ ਨਿੰਮ ਫਲ, ਇਹ 6 ਹੋਣ। ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨਾ ਵਹੀ। ਮਹਾਰਾਜ ਕਹਿੰਦੇ ਉਸ ਬੰਦੇ ਦੇ ਮਨ ਵਿੱਚ ਤੇ ਮੁਖ ਵਿੱਚ ਇਹ 6 ਜ਼ਹਿਰ ਵਸਦੇ ਹੈ, ਭਰਿਆ ਪਿਆ ਉਹ ਬੰਦਾ ਜਿਹਦੇ ਚੇਤੇ ਵਿੱਚ ਪਰਮਾਤਮਾ ਵਾਹਿਗੁਰੂ ਨਹੀਂ ਆਉਂਦਾ, ਜਿਹੜਾ ਕਰਤੇ ਪੁਰਖ ਵਾਹਿਗੁਰੂ ਨੂੰ ਯਾਦ ਹੀ ਨਹੀਂ ਕਰਦਾ, ਚੇਤੇ ਨਹੀਂ ਕਰਦਾ। ਸਾਹਿਬ ਕਹਿੰਦੇ ਜਿਵੇਂ ਇਹ ਤੁਮਾ ਇੰਨਾ ਕੌੜਾ ਹੈ, ਜਿਵੇਂ ਵਿਸ ਜ਼ਹਿਰ ਅੱਕ ਧਤੂਰਾ ਨਿੰਮ ਫਲ, ਇੰਨੀ ਕੁੜੱਤਣ ਦੇ ਨਾਲ ਭਰੇ ਪਏ, ਇੰਨਾ ਜ਼ਹਿਰ ਇਹਨਾਂ ਦੇ ਅੰਦਰ ਹੈ। ਤੇ ਸਾਹਿਬ ਕਹਿੰਦੇ ਜਿਹੜੇ ਬੰਦੇ ਦੇ ਚੇਤੇ ਵਿੱਚ ਰੱਬ ਨਹੀਂ ਨਾ ਆਉਂਦਾ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਆ ਕੇ ਵਸਦਾ, ਪਾਤਸ਼ਾਹ ਕਹਿੰਦੇ ਮਨ ਮੁਖ ਵਸੈ ਤਿਸ ਜਿਸ ਤੂੰ ਚਿਤ ਨਾ ਆਵਹੀ। ਜਿਹਦੇ ਚੇਤੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਸਾਹਿਬ ਕਹਿੰਦੇ ਉਹਦੇ ਹਿਰਦੇ ਦੇ ਅੰਦਰ ਆ ਕੇ ਵਸਦੇ ਹੈ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਬੰਦਾ ਇਹਨਾਂ 6 ਪਾਪਾਂ ਨੂੰ ਕਮਾਉਣ ਵਾਲਾ ਹੈ, ਗੁਨਾਹ ਕਰਨ ਵਾਲਾ ਹੈ, ਪਾਹੇ ਏਤੇ ਜਾਹੇ ਵਿਸਰ, ਉਹਦੇ ਹਿਰਦੇ ਦੇ ਅੰਦਰ ਜਿਹਦੇ ਇੰਨੇ ਪਾਪ ਨੇ, ਉਹ ਰੱਬ ਨੂੰ ਪਰਮਾਤਮਾ ਨੂੰ ਕਿੱਥੇ ਯਾਦ ਕਰਦਾ ਹੈ। ਫਿਰ ਵੀ ਸਾਹਿਬ ਕਹਿੰਦੇ ਇੰਨੇ ਪਾਪ ਕਰਕੇ ਉਹ ਆਕੜ ਆਕੜ ਕੇ ਤੁਰਦਾ ਹੈ, ਅਹੰਕਾਰ ਕਰਦਾ ਹੈ, ਗਰਭ ਕਰਦਾ ਹੈ, ਉਹਨੂੰ ਆਪੇ ਨੇ ਕੀਤੇ ਤੇ ਪਛਤਾਵਾ ਨਹੀਂ। ਪਾਹੇ ਏਤੇ, ਇੰਨੇ ਪਾਪ ਜਿਹਦੇ ਅੰਦਰ ਪਏ ਹੋਏ ਨੇ, ਜਾਹੇ ਵਿਸਰ ਨਾਨਕਾ ਇੱਕ ਨਾਮ। ਤੇ ਨਾਨਕ ਉਹਦੇ ਹਿਰਦੇ ਦੇ ਵਿੱਚੋਂ ਜਿਹੜਾ ਇੱਕ ਨਾਮ ਹੈ ਨਾ, ਪਰਮਾਤਮਾ ਦਾ ਨਾਮ ਹੈ, ਕਰਤੇ ਪੁਰਖ ਵਾਹਿਗੁਰੂ ਦਾ ਨਾਮ ਹੈ, ਉਹ ਵਿਸਰ ਜਾਂਦਾ ਹੈ। ਔਰ ਅਸੀਂ ਹਰ ਰੋਜ਼ ਆਸਾ ਕੀ ਵਾਰ ਦੀ ਬਾਣੀ ਪੜ੍ਹਦੇ ਹਾਂ, ਤੇ ਮਹਾਰਾਜ ਸਾਨੂੰ ਹਰ ਰੋਜ਼ ਸਤਿਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਵੀ ਇਸ ਹਿਰਦੇ ਦੇ ਅੰਦਰ ਜੇਕਰ ਨਾਮ ਨੂੰ ਵਸਾਉਣਾ ਹੈ, ਜੇ ਇਸ ਨਾਮ ਦੀ ਅਸੀਂ ਆਪਣੇ ਹਿਰਦੇ ਅੰਦਰ ਟਿਕਾਉਣਾ ਚਾਹੁੰਦੇ ਹਾਂ, ਤੇ ਜਿਹੜੇ ਪਹਿਲਾਂ ਐਬ ਹੈ, ਪਹਿਲਾਂ ਪਾਪ ਨੇ, ਵਿਕਾਰ ਨੇ, ਗੁਨਾਹ ਨੇ, ਉਹਨਾਂ ਨੂੰ ਬਾਹਰ ਕੱਢਣਾ ਪਵੇਗਾ ਨਾ। ਜਿਵੇਂ ਤੁਸੀਂ ਹੁਕਮ ਸਤਿਗੁਰੂ ਦਾ ਸ਼ਰਵਣ ਕਰਦੇ ਹੋ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਮਹਾਰਾਜ ਕਹਿੰਦੇ ਪਹਿਲਾਂ ਆਪਣਾ ਹਿਰਦਾ ਰੂਪੀ ਭਾਂਡਾ ਸਵੱਛ ਕਰ, ਸਾਫ਼ ਕਰ, ਪਵਿੱਤਰ ਕਰ, ਫਿਰ ਦੁੱਧ ਦੀ ਪ੍ਰਾਪਤੀ ਵਾਸਤੇ, ਰਤਨ ਦੀ ਪ੍ਰਾਪਤੀ ਵਾਸਤੇ ਧੋਰ। ਜੇ ਹਿਰਦਾ ਤੇਰਾ ਪਾਪਾਂ ਨਾਲ ਭਰਿਆ, ਵਿਕਾਰਾਂ ਨਾਲ ਭਰਿਆ, ਗੁਨਾਹ ਨਾਲ ਭਰਿਆ, ਦੁਨੀਆ ਦੇ ਪਦਾਰਥਾਂ ਦੇ ਨਾਲ, ਚੁਗਲੀ, ਨਿੰਦਿਆ ਇਤਿਆਦਿਕ ਪੂਰੇ ਵਿਕਾਰਾਂ ਦੇ ਨਾਲ ਇਹ ਹਿਰਦੇ ਰੂਪੀ ਭਾਂਡੇ ਨੂੰ ਤੂੰ ਭਰੀ ਬੈਠਾ ਹੈ, ਤੇ ਸਤਿਗੁਰੂ ਕਹਿੰਦੇ ਵੀ ਨਾਮ ਕਿੱਥੇ ਟਿਕਾਉਣਾ ਹੈ। ਪਰਮਾਤਮਾ ਦਾ ਸ਼ਬਦ ਇਸ ਹਿਰਦੇ ਦੇ ਅੰਦਰ ਵਸਣਾ ਹੈ ਨਾ, ਪਰਮਾਤਮਾ ਦਾ ਨਾਮ ਇਸ ਹਿਰਦੇ ਦੇ ਅੰਦਰ ਅਸੀਂ ਧਾਰਨ ਕਰਨਾ ਹੈ, ਸੁਰਤ ਦੇ ਵਿੱਚ। ਤੇ ਜੇ ਸੁਰਤ ਪਹਿਲਾਂ ਹੀ ਵਿਕਾਰਾਂ ਦੇ ਨਾਲ, ਗੁਨਾਹਾਂ ਦੇ ਨਾਲ ਭਰੀ ਪਈ ਹੋਵੇ, ਤੇ ਫਿਰ ਮਹਾਰਾਜ ਕਹਿੰਦੇ ਵੀ ਉਸ ਨਾਮ ਨੂੰ ਕਿੱਥੇ ਟਿਕਾਏਗਾ। ਜੇ ਭਾਂਡੇ ਦੇ ਅੰਦਰ ਇੱਕ ਭਾਂਡਾ ਹੈ, ਉਸ ਭਾਂਡੇ ਦੇ ਵਿੱਚ ਬੰਦੇ ਨੇ ਦੁੱਧ ਵੀ ਪਾ ਲਿਆ, ਪਾਣੀ ਵੀ ਪਾ ਲਈ, ਸਬਜ਼ੀ ਵੀ ਪਾ ਲਈ, ਜੋ ਮਿਲਦਾ ਗਿਆ ਇੱਕੋ ਭਾਂਡੇ ਵਿੱਚ ਪਾਈ ਗਿਆ, ਤੇ ਆਪ ਸੂਝਵਾਨ ਬੈਠੇ ਉਹ ਹਰ ਇੱਕ ਪਦਾਰਥ ਆਪੋ ਆਪਣੀ ਅਹਿਮੀਅਤ ਨੂੰ ਖੋਂਦਾ ਜਾਏਗਾ। ਇੱਕੋ ਭਾਂਡੇ ਦੇ ਵਿੱਚ ਇੱਕ ਸਮੇਂ ਇੱਕੋ ਵਸਤੂ ਨੂੰ ਟਿਕਾਇਆ ਜਾ ਸਕਦਾ ਹੈ। ਮੰਨ ਲਓ ਗਲਾਸ ਹੈ, ਤੇ ਗਲਾਸ ਦੇ ਵਿੱਚ ਇੱਕ ਟਾਈਮ ਬੰਦਾ ਪਾਣੀ ਪਾ ਲਵੇ, ਦੁੱਧ ਪਾ ਲਵੇ, ਜਾਂ ਕੋਈ ਹੋਰ ਵਸਤ, ਇੱਕੋ ਟਾਈਮ ਇੱਕੋ ਵਸਤੂ ਨੂੰ ਟਿਕਾਇਆ ਜਾ ਸਕਦਾ ਹੈ ਨਾ।
ਤੇ ਜੇਕਰ ਹਿਰਦੇ ਦੇ ਅੰਦਰ ਬੰਦਾ ਚੁਗਲੀ, ਨਿੰਦਿਆ, ਈਰਖਾ, ਦਵੈਖਤਾ, ਇਹ ਚਾਰੇ ਪਾਪ, ਹੋਰ ਵਿਕਾਰ ਇਤਿਆਦਿਕ ਸਭ ਕੁਝ ਇਕੱਠੇ ਕਰਕੇ ਬੈਠਾ ਹੋਏ ਤੇ ਫਿਰ ਕਹੇ ਜੀ ਵੀ ਸਤਿਗੁਰੂ ਨਾਮ ਦੀ ਦਾਤ ਇੱਥੇ ਆ ਕੇ ਆਖਦਾ ਹੋਵੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ। ਇੱਥੇ ਆ ਕੇ ਆਖਦਾ ਹੋਵੇ ਵੀ ਪ੍ਰਮਾਤਮਾ ਮੇਰਾ ਤੇਰਾ ਨਾਮ ਮੇਰੇ ਹਿਰਦੇ ਚੋਂ ਵਿਸਰੇ ਨਾ, ਭੁੱਲੇ ਨਾ, ਹਰ ਵਕਤ ਯਾਦ ਰਹੇ। ਤੇ ਮਹਾਰਾਜ ਕਹਿੰਦੇ ਵੀ ਭਲਿਆ ਇੰਨੇ ਪਾਪ ਇਸ ਹਿਰਦੇ ਵਿੱਚ ਪਾਈ ਬੈਠਾ ਤੇ ਨਾਮ ਦਾ ਟਿਕਾਣਾ ਕਿੱਥੇ ਹੋਏਗਾ। ਪਾਹੇ ਏਤੇ ਜਾਹੇ ਵਿਸਰ, ਜਿਹਦੇ ਅੰਦਰ ਇੰਨੇ ਪਾਪ ਭਰ ਗਏ ਉਹਦੇ ਅੰਦਰੋਂ ਆਪਣੇ ਆਪ ਰੱਬ ਪਰਮਾਤਮਾ ਦਾ ਨਾਮ ਤੇ ਵਿਸਰ ਜਾਣਾ ਹੈ ਨਾ। ਜਿਹੜਾ ਬੰਦਾ ਹਰ ਵਕਤ ਸੰਸਾਰੀ ਪਦਾਰਥਾਂ ਦੇ ਮਗਰ ਦੌੜਦਾ ਹੋਵੇ, ਭੱਜਦਾ ਹੋਵੇ, ਸੰਸਾਰੀ ਪਦਾਰਥਾਂ ਦੀ, ਜਿਹੜੇ ਬੰਦੇ ਦੇ ਅੰਦਰ ਦੁਰਮਤ ਪੈਦਾ ਹੋ ਗਈ, ਭੈੜੀ ਮਤ ਪੈਦਾ ਹੋ ਗਈ, ਜਿਹੜਾ ਕੁਮਤ ਦੇ ਅਧੀਨ ਹੋ ਕੇ ਸੰਸਾਰ ਦੇ ਪਦਾਰਥਾਂ ਨੂੰ ਹੀ ਤਰਜੀਹ ਦਿੱਤੀ ਬੈਠਾ ਹੋਵੇ ਤੇ ਸਾਹਿਬ ਕਹਿੰਦੇ ਉਹਨੂੰ ਨਾਮ ਜਿਹੜਾ ਉਹ ਚੰਗਾ ਨਹੀਂ ਲੱਗਦਾ। ਉਹਦਾ ਹਿਰਦਾ ਜਿਹੜਾ ਉਹ ਸੰਸਾਰ ਦੇ ਪਦਾਰਥਾਂ ਨਾਲ ਭਰ ਕੇ, ਜਿਵੇਂ ਮਹਾਰਾਜ ਨੇ ਕਿਹਾ ਨਾ ਵੀ ਉਹਦਾ ਭਾਂਡਾ ਹੈ, ਉਲਟਾ ਭਾਂਡਾ ਹੈ, ਤੇ ਉਲਟੇ ਭਾਂਡੇ ਦੇ ਵਿੱਚ ਤੁਸੀਂ ਕੁਝ ਵੀ ਪਾਉਣ ਦਾ ਯਤਨ ਕਰੋ ਉਹ ਆਸੇ ਪਾਸੇ ਤੇ ਵਿਸਰ ਜਾਏਗਾ, ਖਿਲਰ ਜਾਏਗਾ, ਪਸਰ ਜਾਏਗਾ, ਪਰ ਉਸ ਭਾਂਡੇ ਦੇ ਵਿੱਚ ਨਹੀਂ ਜਾਏਗਾ। ਭਾਂਡੇ ਵਿੱਚ ਤਾਂ ਹੀ ਪਵੇਗਾ ਜੇਕਰ ਉਹ ਭਾਂਡਾ ਸਿੱਧਾ ਹੋਏਗਾ। ਹੁਣ ਇਸ ਹਿਰਦੇ ਦੇ ਅੰਦਰ ਸਤਿਗੁਰੂ ਦਾ ਨਾਮ ਆ ਕੇ ਤਾਂ ਹੀ ਟਿਕ ਸਕਦਾ ਹੈ ਜੇਕਰ ਸਾਡਾ ਭਾਂਡਾ ਗੁਰਮਤ ਦੀ ਸੋਝੀ ਲੈਣ ਵਾਸਤੇ ਸਤਿਗੁਰੂ ਦੇ ਸ਼ਬਦ ਦੇ ਵਿੱਚ ਸਾਡੀ ਸੁਰਤ ਜਿਹੜੀ ਉਹ ਜੁੜੀ ਹੋਵੇ, ਗੁਰੂ ਦਾ ਸ਼ਬਦ ਸਾਡੇ ਹਿਰਦੇ ਦੇ ਅੰਦਰ ਵਸਿਆ ਹੋਵੇ। ਫਿਰ ਅੰਤ ਵਿੱਚ ਮਹਾਰਾਜ ਕਹਿੰਦੇ ਸਭ ਬੁੱਧੀ ਜਾਲੀ ਹੈ, ਇੱਕ ਰਹਿ ਤਤ ਗਿਆਨ। ਮਹਾਰਾਜ ਕਹਿੰਦੇ ਵੀ ਸਾਰੀਆਂ ਸਿਆਣਪਾਂ, ਸਾਰੀਆਂ ਬੁੱਧੀਆਂ, ਸਾਰੀ ਅਕਲ, ਮਹਾਰਾਜ ਕਹਿੰਦੇ ਵੀ ਉਹ ਜਾਲੀ ਹੈ ਤੋਂ ਭਾਵ ਸਾੜ ਦੇ। ਸਿਰਫ ਇੱਕੋ ਜਿਹੜਾ ਪਰਮਾਤਮਾ ਦਾ ਤਤ ਗਿਆਨ ਹੈ, ਨਿਚੋੜ ਹੈ, ਉਸ ਗਿਆਨ ਦੀ ਪ੍ਰਾਪਤੀ ਕਰ, ਉਸ ਨਿਚੋੜ ਨੂੰ, ਉਸ ਤਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ। ਬਾਕੀ ਸਭ ਕੁਝ ਮਹਾਰਾਜ ਕਹਿੰਦੇ ਜਿੰਨੀ ਸਿਆਣਪ ਹੈ ਨਾ, ਜਿੰਨੀ ਤੂੰ ਆਪਣੀ ਅਕਲ ਦਾ ਸੰਸਾਰ ਵਿੱਚ ਪ੍ਰਗਟਾਵਾ ਕਰਦਾ ਹੈ, ਜਿੰਨਾ ਤੂੰ ਆਪਣੇ ਆਪ ਨੂੰ ਸਿਆਣਾ ਅਖਵਾਉਣ ਦਾ ਯਤਨ ਕਰਦਾ ਹੈ ਵੀ ਮੇਰੇ ਵਰਗਾ ਕੋਈ ਨਹੀਂ, ਮੇਰੇ ਜਿੰਨਾ ਵਿਦਵਾਨ ਕੋਈ ਨਹੀਂ, ਮੇਰੇ ਵਰਗਾ ਸਿਆਣਾ ਕੋਈ ਨਹੀਂ, ਮੇਰੇ ਵਰਗਾ ਅਕਲ ਲਤੀਫ ਕੋਈ ਨਹੀਂ। ਪਾਤਸ਼ਾਹ ਕਹਿੰਦੇ ਸਭ ਕੁਝ ਤੱਜ ਕੇ ਇੱਕੋ ਤਤ ਗਿਆਨ ਦੀ ਪ੍ਰਾਪਤੀ ਦਾ ਯਤਨ ਕਰ। ਔਰ ਜਿਸ ਦਿਨ ਮਹਾਰਾਜ ਕਹਿੰਦੇ ਤੇਰੇ ਹਿਰਦੇ ਦੇ ਅੰਦਰ ਇਸ ਪ੍ਰਾਪਤੀ ਵਾਸਤੇ, ਗਿਆਨ ਦੀ ਪ੍ਰਾਪਤੀ ਵਾਸਤੇ ਤਾਂਗ ਪੈਦਾ ਹੋ ਗਈ, ਉਛਾਲਾ ਪੈਦਾ ਹੋ ਗਿਆ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਨੇ ਕਿਰਪਾ ਕੀਤੀ ਨਾ ਵੀ ਕੀਓ ਹੀਓ ਮਿਲਨ ਪ੍ਰਭ ਤਾਈ, ਮਨ ਦੇ ਅੰਦਰ, ਹਿਰਦੇ ਦੇ ਅੰਦਰ ਇੱਕ ਉਛਾਲਾ ਪੈਦਾ ਹੋਇਆ ਵੀ ਮੈਂ ਆਪਣੇ ਰੱਬ ਨੂੰ, ਆਪਣੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਤੁਰਨਾ ਹੈ। ਤੇ ਮਹਾਰਾਜ ਕਹਿੰਦੇ ਆਪਣੇ ਆਪ ਜਿਹੜਾ ਉਹ ਹਿਰਦੇ ਦੇ ਅੰਦਰੋਂ ਉਹਨੂੰ ਖੋਜਣਾ ਸ਼ੁਰੂ ਕਰ ਦਿੱਤਾ ਆਪਣੇ ਆਪ। ਫਿਰ ਸੰਸਾਰ ਦੇ ਅੰਦਰ ਕਿਤੇ ਬਾਹਰ ਨਹੀਂ, ਦੁਨੀਆ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਬਾਹਰ ਨੂੰ ਦੌੜਨਾ ਯਤਨ ਕੀਤਾ ਵੀ ਜਿੰਨਾ ਬਾਹਰ ਜੰਗਲਾਂ ਬੇਲਿਆਂ ਦੇ ਵਿੱਚ ਰੱਬ, ਪਰ ਗੁਰਮਤ ਨੇ, ਗੁਰੂ ਨਾਨਕ ਦੇ ਘਰ ਨੇ ਸਾਨੂੰ ਇਸ ਗੱਲ ਤੋਂ ਜਗਾਇਆ। ਸਾਹਿਬ ਕਹਿੰਦੇ ਵੀ ਆਪਣੇ ਅੰਦਰੋਂ ਖੋਜਣ ਦਾ ਯਤਨ ਕਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫੇਰ ਪਰੇਸ਼ਾਨੀ ਮਾਹੇ। ਤੂੰ ਹਰ ਰੋਜ਼ ਆਪਣੇ ਅੰਦਰ ਨੂੰ ਖੋਜਣ ਦਾ ਯਤਨ ਕਰ, ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਭਾਲਣ ਦਾ ਯਤਨ ਕਰ। ਤੇ ਸਾਹਿਬ ਕਹਿੰਦੇ ਵੀ ਜਿਹਦੀ ਪ੍ਰਾਪਤੀ ਵਾਸਤੇ ਤੂੰ ਬਾਹਰ ਦੌੜਦਾ ਹੈ ਨਾ, ਉਹ ਤਤ ਗਿਆਨ ਤੇਰੇ ਅੰਦਰ ਹੈ। ਜਿਵੇਂ ਸਤਿਗੁਰੂ ਦੀ ਬਾਣੀ ਨੇ ਕਿਹਾ ਵੀ ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਮਹਾਰਾਜ ਕਹਿੰਦੇ ਵੀ ਅੰਦਰ ਅੰਮ੍ਰਿਤ ਦਾ ਜਿਹੜਾ ਖੂਹ ਭਰਿਆ ਪਿਆ ਹੈ, ਪਰ ਪਤਾ ਨਾ ਹੋਣ ਕਰਕੇ, ਜਿਵੇਂ ਮ੍ਰਿਗ ਦੀ ਸਤਿਗੁਰਾਂ ਨੇ ਉਦਾਹਰਨ ਵਰਤੀ ਨਾ, ਸਾਹਿਬ ਕਹਿੰਦੇ ਵੀ ਕਸਤੂਰੀ ਉਹਦੀ ਨਾਭ ਵਿੱਚ ਹੈ, ਉਹਦੇ ਆਪਣੇ ਅੰਦਰ ਹੈ, ਪਰ ਉਹਦੀ ਸੁਗੰਧੀ ਲੈ ਲੈ ਕੇ ਕਦੇ ਇੱਧਰ ਦੌੜਿਆ, ਦੂਜੇ ਪਾਸੇ ਭੱਜਿਆ, ਦੌੜ ਦੌੜ ਕੇ, ਭੱਜ ਭੱਜ ਕੇ, ਅੱਕ ਥੱਕ ਕੇ ਅੰਤ ਆਪਣੇ ਸਵਾਸ ਪ੍ਰਾਣ ਤਿਆਗਣ ਤੱਕ ਚਲੇ ਜਾਂਦਾ ਹੈ। ਪਰ ਜਿਹੜਾ ਅੰਦਰ ਹੈ ਉਹਦੀ ਪ੍ਰਾਪਤੀ ਵਾਸਤੇ ਬਾਹਰ ਇੰਨੀ ਨੱਠ ਭੱਜ, ਇੰਨੀ ਦੌੜ ਭੱਜ ਕਰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਭਲਿਆ ਉਹ ਜਿਹੜਾ ਤਤ ਗਿਆਨ ਹੈ, ਨਿਚੋੜ ਹੈ, ਉਹ ਤੇਰੇ ਆਪਣੇ ਅੰਦਰ ਹੈ, ਹਿਰਦੇ ਦੇ ਵਿੱਚ ਹੈ। ਜਿਸ ਦਿਨ ਤੂੰ ਇਸ ਸੰਸਾਰ ਦੇ ਅੰਦਰ ਇਹਨਾਂ ਪਾਪਾਂ ਤੋਂ ਗੁਰੇਜ਼ ਕਰਨਾ ਸ਼ੁਰੂ ਕਰ ਦਿੱਤਾ, ਪਾਪਾਂ ਤੋਂ ਆਪਣੇ ਆਪ ਨੂੰ ਸੰਕੋਚਣਾ ਸ਼ੁਰੂ ਕਰ ਦਿੱਤਾ, ਤੇਰੇ ਹਿਰਦੇ ਦੇ ਅੰਦਰ ਨਿਰਮਲ ਭਾਵ, ਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਤੂੰ ਗਿਆਨ ਦੀ ਪ੍ਰਾਪਤੀ, ਧਾਰਮਿਕ ਪੁਸਤਕਾਂ ਕਿੰਨੀਆਂ ਪੜ੍ਹ,
ਪਰ ਮਹਾਰਾਜ ਕਹਿੰਦੇ ਜਿੱਦਣ ਤਤ ਗਿਆਨ, ਜਿਹੜੇ ਤਤ ਗਿਆਨ ਬਾਬਤ ਆਰੰਭਤਾ ਵਿੱਚ ਮੈਂ ਬੇਨਤੀ ਕੀਤੀ ਨਾ ਵੀ ਮਤ ਸੱਚਾ ਅੱਖਰ ਭੁੱਲ ਜਾਏ, ਮਤਾ ਤੇਰੇ ਹਿਰਦੇ ਦੇ ਅੰਦਰੋਂ ਸੱਚਾ ਅੱਖਰ ਕਰਤੇ ਪੁਰਖ ਵਾਹਿਗੁਰੂ ਦਾ ਨਿਰੰਕਾਰ ਦਾ ਅੱਖਰ ਤੇਰੇ ਹਿਰਦੇ ਚੋਂ ਵਿਸਰ ਜਾਏ, ਤੇ ਜਿਸ ਅੱਖਰ ਦੇ ਵਾਸਤੇ ਸਤਿਗੁਰੂ ਦੀ ਬਾਣੀ ਵਾਰ-ਵਾਰ ਸੁਚੇਤ ਕਰਦੀ ਹੈ ਨਾ, ਵਾਰ-ਵਾਰ ਸਮਝਾਉਂਦੀ ਹੈ ਵੀ ਭਲਿਆ ਤੇਰਾ ਕਰਮ ਹੈ ਉਸ ਤਤ ਗਿਆਨ ਦੀ ਪ੍ਰਾਪਤੀ ਕਰਨਾ। ਕਹੋ ਕਬੀਰ ਅੱਖਰ ਦੋਏ ਭਾਖ, ਤੇਰਾ ਕੰਮ ਹੈ ਹੇ ਕਬੀਰ ਉਸ ਦੋ ਅੱਖਰਾਂ ਨੂੰ, ਰਾਮ ਦੇ ਅੱਖਰਾਂ ਨੂੰ, ਰੱਬ ਦੇ ਅੱਖਰਾਂ ਨੂੰ, ਵਾਹਿਗੁਰੂ ਦੇ ਅੱਖਰਾਂ ਨੂੰ ਭਾਖਣਾ, ਜਪਣਾ। ਸਾਡਾ ਕਰਮ ਹੈ ਆਪਣੀ ਜ਼ੁਬਾਨ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਬਾਣੀ ਪੜ੍ਹਨੀ, ਔਰ ਉਸ ਸਤਿਗੁਰੂ ਦਾ ਜੋ ਫਰਜ਼ ਬਣਦਾ ਹੈ, ਉਸ ਸਤਿਗੁਰੂ ਦਾ ਜੋ ਇਸ ਸੰਸਾਰ ਵਿੱਚ ਕਰਮ ਹੈ, ਜਿਹਨੂੰ ਅਸੀਂ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਨਾ ਵੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸਤਿਗੁਰੂ ਆਪਣੀ ਸਿੱਖ ਦੀ ਹਰ ਵਕਤ ਪ੍ਰਤਪਾਲਨਾ ਕਰਦਾ ਹੈ। ਸਤਿਗੁਰੂ ਹਰ ਵਕਤ ਆਪਣੇ ਸਿੱਖ ਦੇ, ਉਹਦਾ ਸੁਭਾਅ ਹੈ ਬਿਰਧ ਨੂੰ ਰੱਖਣਾ, ਔਰ ਉਹ ਰੱਖਦਾ ਹੈ। ਮਹਾਰਾਜ ਕਹਿੰਦੇ ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਕਹਿੰਦੇ ਵੀ ਹੇ ਭਾਈ ਸਾਡਾ ਜਿਹੜਾ ਸਿਰਫ ਤੇ ਸਿਰਫ ਇਹ ਜਿਹੜੇ ਪਾਪ ਨੇ, ਇਹ ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ, ਇਹ ਫਿਟਕਾਰਾਂ ਇਹਨਾਂ ਲਾਹਣਤਾਂ ਤੋਂ ਪਾਸੇ ਹੋ ਕੇ ਇਹ ਸੰਸਾਰ ਦੇ ਅਭਿਮਾਨ ਨੂੰ, ਅਹੰਕਾਰ ਨੂੰ ਤੱਜ ਕੇ, ਈਰਖਾ ਦਵੈਖਤਾ ਇਤਿਆਦਿਕ ਸਭ ਕੁਝ ਤੱਜ ਕੇ ਮਹਾਰਾਜ ਕਹਿੰਦੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਆਰੰਭ ਕਰ। ਸਭ ਬੁੱਧੀ ਜਾਲੀਆਂ, ਇੱਕ ਰਹੇ ਤਤ ਗਿਆਨ, ਇੱਕੋ ਜਿਹੜਾ ਤਤ ਗਿਆਨ ਸਦਾ ਸੰਸਾਰ ਵਿੱਚ ਰਹਿਣ ਵਾਲਾ ਹੈ, ਜਿਹੜਾ ਗਿਆਨ ਕਦੇ ਵੀ ਖਤਮ ਨਹੀਂ ਹੋ ਸਕਦਾ, ਜਿਹੜਾ ਰੱਬ ਦਾ ਨਾਮ ਕਦੇ ਵੀ ਜਿਹੜਾ ਉਸ ਸੰਸਾਰ ਚੋਂ ਖਤਮ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਐਸੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ, ਫਿਰ ਤੇਰਾ ਇਸ ਸੰਸਾਰ ਦੇ ਅੰਦਰ ਜਪਿਆ, ਤੇਰਾ ਇਸ ਸੰਸਾਰ ਦੇ ਅੰਦਰ ਜੀਵਿਆ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਹੋਵੇਗਾ। ਨਹੀਂ ਤੇ ਕਿੰਨਾ ਵੀ ਯਤਨ ਕਰਦੇ ਰਹੋ, ਕਿੰਨਾ ਜਪ ਤਪ ਸੰਜਮ ਬੰਦਾ ਵਰਤਦਾ ਰਵੇ, ਇੱਕ ਤੋਂ ਇੱਕ ਕਰਮ ਕਰਦਾ ਰਵੇ, ਸਾਹਿਬ ਕਹਿੰਦੇ ਸਭ ਕੁਝ ਜਿਹੜਾ ਉਹ ਖਤਮ ਹੋ ਜਾਏਗਾ, ਮੁੱਕ ਜਾਏਗਾ। ਇਹ ਸਭ ਕੁਝ ਜਿਹੜਾ ਕੀਤਾ ਹੋਇਆ ਉਹ ਅਹੰਕਾਰ ਦਾ ਕਾਰਨ ਬਣ ਜਾਏਗਾ, ਖੁਆਰੀ ਦਾ ਕਾਰਨ ਬਣ ਜਾਏਗਾ। ਸਿਰਫ ਅੰਦਰ ਟਿਕਾ ਪੈਦਾ ਹੋਵੇਗਾ, ਸ਼ਾਂਤੀ ਪੈਦਾ ਹੋਵੇਗੀ, ਮਨ ਦੇ ਅੰਦਰ ਜਿਹੜੀ ਉਹ ਸਥਿਰਤਾ ਪੈਦਾ ਹੋਵੇਗੀ, ਤੇ ਉਹ ਸਤਿਗੁਰੂ ਦਾ ਨਾਮ, ਗੁਰੂ ਦਾ ਸ਼ਬਦ ਸਾਡੇ ਹਿਰਦੇ ਦੇ ਅੰਦਰ ਵਸ ਜਾਏਗਾ। ਤਾਂ ਹੀ ਉਸ ਮਾਲਕ ਦੇ ਪਰਮਾਤਮਾ ਦੇ ਮਾਰਗ ਤੇ ਅਸੀਂ ਤੁਰ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਬਖਸ਼ਿਸ਼ ਕਰਨ ਸਮੇਂ ਦੀ ਸਮਾਪਤੀ ਹੈ। ਇਹ ਪਾਵਨ ਦੋ ਸ਼ਲੋਕਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਜੀ। ਬਖਸ਼ ਦੇਣਾ। ਬੁਲਾਓ ਫਤਿਹ, ਬਖਸ਼ੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।